हेलो बच्चों। बटे कल आपां मॉलिकुलर ऑर्बिटल थ्योरी शुरू की सी, जिहदे विच आपां मॉलिकुलर ऑर्बिटल्स दी फॉर्मेशन कर रहे सी कि किवें हुंदी है। आपां किहा सी कि एटॉमिक ऑर्बिटल्स दे वेव फंक्शनस दे लीनियर कॉम्बीनेशन दे नाल मॉलिकुलर ऑर्बिटल्स बनते हैं। ये कॉम्बीनेशन है जिहड़ा दो तरह नाल हो सकता है, बाय एडिशन और बाय सबट्रैक्शन। ਜਦੋਂ ਇਹ ਕੰਬੀਨੇਸ਼ਨ ਬਾਈ ਐਡੀਸ਼ਨ ਹੁੰਦਾ ਬੇਟੇ, ਉਦੋਂ ਜਿਹੜਾ ਤੁਹਾਡੇ ਕੋਲੇ ਮੋਲੀਕੂਲਰ ਆਰਬਿਟਲ ਬਣੇਗਾ ਉਹਨੂੰ ਅਸੀਂ ਕਹਿੰਦੇ ਆ ਬੌਂਡਿੰਗ ਮੋਲੀਕੂਲਰ ਆਰਬਿਟਲ, ਕਿਉਂਕਿ ਜਿਹੜੇ ਵੇਵ ਫੰਕਸ਼ਨ ਹੈ ਉਹ ਐਡ ਹੋ ਜਾਂਦੇ ਆ, ਕਿਉਂਕਿ ਉਹਨਾਂ ਦੇ ਸੇਮ ਸਾਈਨ ਹੈ ਜਿਹੜੇ ਉਹ ਇੱਕੋ ਹੀ ਸਾਈਡ ਤੇ ਹੁੰਦੇ ਆ। ਠੀਕ ਹੈ, ਤਾਂ ਇਲੈਕਟ੍ਰੋਨ ਦੀ ਡੈਂਸਿਟੀ ਹੈ ਜਿਹੜੀ ਉਹ ਵੱਧ ਜਾਂਦੀ ਹੈ, ਤਾਂ ਉਹਨੂੰ ਅਸੀਂ ਬੌਂਡਿੰਗ ਮੋਲੀਕੂਲਰ ਆਰਬਿਟਲ ਕਹਿੰਦੇ ਆ। ਪਰ ਜਦੋਂ ਇਹੀ ਕੰਬੀਨੇਸ਼ਨ ਸਬਟ੍ਰੈਕਸ਼ਨ ਨਾਲ ਹੁੰਦਾ ਹੈ ਤਾਂ ਉਹਨਾਂ ਦੇ ਸਾਈਨ ਹੈ ਜਿਹੜੇ ਉਹ ਆਪੋਜ਼ਿਟ ਸਾਈਨ ਹੈ ਜਿਹੜੇ ਉਹ ਇੱਕ ਪਾਸੇ ਹੁੰਦੇ ਆ, ਤਾਂ ਉਦੋਂ ਜਿਹੜਾ ਮੋਲੀਕੂਲਰ ਆਰਬਿਟਲ ਬਣੇਗਾ ਉਹਨੂੰ ਅਸੀਂ ਕਹਿੰਦੇ ਆ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲ। ਇਹਦਾ ਮਤਲਬ ਜਿਹੜਾ ਬੌਂਡਿੰਗ ਮੋਲੀਕੂਲਰ ਆਰਬਿਟਲ ਹੈ ਉਹ ਤਾਂ ਬੌਂਡਿੰਗ ਲਈ ਫੇਵਰੇਬਲ ਹੈ, ਠੀਕ ਹੈ, ਤਾਂ ਜਿਹੜਾ ਐਂਟੀ ਬੌਂਡਿੰਗ ਹੈ ਉਹ ਫੇਵਰ ਨਹੀਂ ਕਰਦਾ, ਉਹ ਅਪੋਜ਼ ਕਰਦਾ ਹੈ ਕਿ ਉਹ ਬੌਂਡ ਉਹਦੇ ਨਾਲ ਜਿਹੜਾ ਮੋਲੀਕੂਲਰ ਆਰਬਿਟਲ ਹੈ ਉਹ ਨਹੀਂ ਬਣੇਗਾ। ਠੀਕ ਹੈ, ਤਾਂ ਜਿਹਦਾ ਮੈਗਨੀਟਿਊਡ ਜ਼ਿਆਦਾ ਹੋਏਗਾ ਤਾਂ ਉਵੇਂ ਜਿਹੜਾ ਮੋਲੀਕੂਲਰ ਆਰਬਿਟਲ ਬਣੇਗਾ ਜਾਂ ਨਹੀਂ ਬਣੇਗਾ ਇਹ ਡਿਸਾਈਡ ਹੋਏਗਾ। ਅੱਗੋਂ ਆਪਾਂ ਪੜਾਂਗੇ ਕਿ ਕਿਵੇਂ ਕਿਵੇਂ ਆਪਾਂ ਡਿਸਕਸ ਕਰਨੀਆਂ ਚੀਜ਼ਾਂ ਇਹ। ਠੀਕ ਹੈ, ਹੁਣ ਅੱਜ ਬੇਟੇ ਆਪਾਂ ਕਰਨੀ ਹੈ ਕਿ ਕੰਡੀਸ਼ਨਸ ਫਾਰ ਕੰਬੀਨੇਸ਼ਨ ਆਫ ਐਟੋਮਿਕ ਆਰਬਿਟਲਸ, ਕਿ ਜਦੋਂ ਐਟੋਮਿਕ ਆਰਬਿਟਲਸ ਨੇ ਕੰਬਾਈਨ ਹੋਣਾ ਹੈ ਤਾਂ ਉਹਨਾਂ ਵਾਸਤੇ ਕੀ ਕੀ ਕੰਡੀਸ਼ਨਸ ਹੈ। ਸਭ ਤੋਂ ਪਹਿਲੀ ਕੰਡੀਸ਼ਨ ਹੈ ਬੇਟੇ, ਦ ਕੰਬਾਈਨਿੰਗ ਆਰਬਿਟਲਸ ਮਸਟ ਹੈਵ ਕੰਪੇरेबल एनर्जीज और सेम एनर्जीज, कि ਜਿਹੜੇ ਵੀ ਐਟੋਮਿਕ ਆਰਬਿਟਲਸ ਨੇ ਕੰਬਾਈਨ ਹੋਣਾ ਹੈ ਉਹਨਾਂ ਦੀਆਂ એનર્ਜੀਜ਼ ਹੈ ਨਾ ਜਿਹੜੀਆਂ ਬੇਟੇ ਉਹ ਸੇਮ ਹੋਣੀਆਂ ਚਾਹੀਦੀਆਂ ਜਾਂ ਨੀਅਰਲੀ ਸੇਮ। ਕੰਪੇरेबल ਦਾ ਮਤਲਬ ਨੀਅਰਲੀ ਸੇਮ ਹੋਣੀਆਂ ਚਾਹੀਦੀਆਂ। ਪਰ ਜਿੰਨੀਆਂ ਵੀ ਆਪਾਂ ਇੱਥੇ ਮੋਲੀਕਿਊਲਸ ਪੜਾਂਗੇ ਉਹਨਾਂ ਸਾਰਿਆਂ ਦੀ એનર્ਜੀਜ਼ ਤਕਰੀਬਨ ਸੇਮ ਹੋਣਗੀਆਂ। ਜਿਵੇਂ ਆਪਾਂ H2 ਮੋਲੀਕਿਊਲ ਬਣਾਉਣਾ ਹੈ ਤਾਂ ਦੋ HH ਐਟਮਸ ਕੰਬਾਈਨ ਹੋਣਗੀਆਂ, ਦੋਨਾਂ ਦੀ એનર્ਜੀ ਕੀ ਹੋਏਗੀ, ਸੇਮ ਹੋਏਗੀ। ਆਪਾਂ O2 ਮੋਲੀਕਿਊਲ ਬਣਾਉਣਾ ਹੈ ਤਾਂ ਉਹ ਦੋਨੋਂ ਐਟਮਸ ਦੀ એનર્ਜੀ ਕੀ ਹੋਏਗੀ, ਸੇਮ ਹੋਏਗੀ। ਠੀਕ ਹੈ, ਜਾਂ ਜਿੰਨੀਆਂ ਵੀ ਪਾਰਟਿਸਿਪੇਟਿੰਗ ਐਟਮਸ ਹੈ ਉਹਨਾਂ ਦੀਆਂ ਸਾਰਿਆਂ ਦੀਆਂ એનર્ਜੀਜ਼ ਸੇਮ ਹੋਣੀਆਂ ਚਾਹੀਦੀਆਂ ਜਾਂ ਨੀਅਰਲੀ ਸੇਮ ਹੋਣੀਆਂ ਚਾਹੀਦੀਆਂ। ਠੀਕ ਹੈ, ਪਹਿਲੀ ਕੰਡੀਸ਼ਨ। ਦੂਸਰੀ ਕੰਡੀਸ਼ਨ ਕੀ ਹੈ ਬੇਟੇ, the combining orbitals, atomic orbitals must have same symmetry about the internuclear axis। ਤਾਂ ਜਿਹੜੀਆਂ atomic orbitals ਹੈ ਜਿਹੜੇ ਜਿਨ੍ਹਾਂ ਨੇ ਕੰਬਾਈਨ ਹੋਣਾ ਹੈ ਤਾਂ ਉਹਨਾਂ ਦੀ ਸਿਮੈਟਰੀ ਹੈ ਨਾ ਜਿਹੜੀ ਅਰਾਊਂਡ ਦਾ ਐਕਸਿਸ, ਇੰਟਰਨਿਊਕਲੀਅਰ ਐਕਸਿਸ, ਉਹ ਕੀ ਹੋਣੀ ਚਾਹੀਦੀ ਹੈ, ਸੇਮ ਹੋਣੀ ਚਾਹੀਦੀ ਹੈ। ਮਤਲਬ ਉਹਨਾਂ ਦੇ ਸਾਈਨ ਹੈ ਜਿਹੜੇ ਸੇਮ, ਇੰਟਰਨਿਊਕਲੀਅਰ ਐਕਸਿਸ ਦੇ ਅਰਾਊਂਡ ਸੇਮ ਸਾਈਨ ਹੋਣੇ ਚਾਹੀਦੇ ਹੈ। ਜਿਵੇਂ ਐਸ ਆਰਬਿਟਲ ਦੇ ਨਾਲ ਕੰਬਾਈਨ ਹੋ ਸਕਦਾ ਬਹੁਤ ਆਸਾਨੀ ਨਾਲ। ਠੀਕ ਹੈ, ਉਹ ਤਾਂ ਕੀ ਹੁੰਦਾ, ਨਾਨ ਡਾਇਰੈਕਸ਼ਨਲ ਹੈ, ਜਿਸ ਪਾਸਿਓਂ ਮਰਜ਼ੀ ਮਤਲਬ ਐਡ ਹੋ ਸਕਦੇ ਹੈ। ਠੀਕ ਹੈ, ਦੂਸਰਾ ਆ ਗਿਆ ਤੁਹਾਡੇ ਕੋਲੇ ਕਿ PX ਹੈ, PX ਨਾਲ ਅਟੈਚ ਹੋ ਸਕਦਾ ਹੈ, ਐਕਸਿਸ ਸੇਮ ਹੋਏਗਾ। PY ਨਾਲ ਹੋ ਸਕਦਾ ਹੈ, PZ ਨਾਲ ਹੋ ਸਕਦਾ ਹੈ, ਔਰ ਜਿਹੜਾ S ਹੈ ਨਾ ਉਹਦੇ ਨਾਲ PZ ਕੰਬਾਈਨ ਹੋ ਸਕਦਾ ਹੈ, ਪਰ PX ਤੇ PY ਨਹੀਂ ਹੋ ਸਕਦੇ। ਠੀਕ ਹੈ, PZ ਹੈ ਜਦੋਂ ਕੰਬਾਈਨ ਹੁੰਦਾ, ਜਿਵੇਂ ਆਪਾਂ ਕਿਵੇਂ ਕਹਿੰਦੇ ਹਾਂ ਬੇਟੇ ਕਿ ਜੇ ਸੇਮ ਸਾਈਨ ਹੋਣ ਤਾਂ ਜਿਵੇਂ ਆਪਾਂ Z ਲਈਏ, PZ ਆਪਾਂ ਲੈ ਲਿਆ X, ਸਪੋਜ਼ ਕਰੋ 2S ਆ ਗਿਆ, ਇਹਦੇ ਨਾਲ ਆਪਾਂ 2P ਅਟੈਚ ਕਰਨਾ ਹੈ। ਆਪਾਂ ਪਹਿਲਾਂ ਵੀ ਇਹ ਕੀਤਾ ਸੀ ਬੇਟੇ ਕਿ ਜਦੋਂ ਸਿਗਮਾ ਬੌਂਡ ਬਣਦਾ ਤਾਂ P ਆਰਬਿਟਲ ਦੇ ਇੱਕ ਲੋਬ ਅਟੈਚ ਹੁੰਦੀ ਹੈ। ਤਾਂ ਜੇ ਆਪਾਂ ਲੈ ਲਈਏ ਬੇਟੇ ਇੱਥੇ ਇਹਦਾ ਪੋਜ਼ਿਟਿਵ ਸਾਈਨ ਹੈ, ਇੱਥੇ ਇਹਦਾ ਕੀ ਹੈ, ਪੋਜ਼ਿਟਿਵ ਹੈ, ਇਹ ਕੀ ਹੈ, ਨੈਗੇਟਿਵ ਹੈ, ਤਾਂ ਇਹ ਮੋਲੀਕੂਲਰ ਆਰਬਿਟਲ ਬਣ ਜਾਏਗਾ। ਪਰ ਜੇ ਆਪਾਂ ਇਹਦਾ ਡਾਇਰੈਕਸ਼ਨ ਚੇਂਜ ਕਰ ਦਈਏ, ਓਰੀਐਂਟੇਸ਼ਨ ਚੇਂਜ ਕਰ ਦਈਏ, ਜੇ ਆਪਾਂ ਕਹੀਏ ਕਿ ਜਿਹੜਾ ਮੋਲੀਕੂਲਰ ਆਰਬਿਟਲ ਹੈ ਇੱਦਾਂ ਬਣ ਜਾਏਗਾ, ਇਹ ਆਹ ਵਾਲਾ ਚੀਜ਼ ਬਣ ਜਾਏਗੀ, ਤਾਂ ਕੀ ਹੋਏਗਾ, ਇੱਥੇ ਇੱਕ ਪਾਸੇ ਇਹਦੀ ਪੋਜ਼ਿਟਿਵ ਲੋਬ ਹੈ, ਇੱਕ ਪਾਸੇ ਕੀ ਹੈ, ਨੈਗੇਟਿਵ ਹੈ। ਇਹ ਕੀ ਹੈ, ਇੱਕ ਦੂਜੇ ਨੂੰ ਬੇਟੇ ਕੈਂਸਲ ਆਊਟ ਕਰ ਦੇਣਗੇ। ਠੀਕ ਹੈ, ਇਹਦਾ ਤਾਂ ਹੈਗਾ ਹੀ ਹੈਗਾ। ਤਾਂ ਇਹ ਜਿਹੜੀ ਹੈ ਕੰਡੀਸ਼ਨ ਪੋਸੀਬਲ ਨਹੀਂ। ਤੇ ਬੌਂਡ ਕਿਵੇਂ ਬਣੇਗਾ ਐਸ ਆਰਬਿਟਲ ਨਾਲ, ਸਿਰਫ ਇਹ ਬਣਾ ਸਕਦਾ ਹੈ। ਠੀਕ ਹੈ, ਐਦਾਂ ਇਹਦੀ ਬੌਂਡਿੰਗ ਹੈ ਜਿਹੜੀ ਉਹ ਨਹੀਂ ਹੋਏਗੀ। ਤਾਂ ਇਹਦਾ ਮਤਲਬ ਇਹਦੀ ਓਰੀਐਂਟੇਸ਼ਨ ਹੈ ਜਿਹੜੀ ਉਹ ਪ੍ਰੋਪਰ ਹੋਣੀ ਚਾਹੀਦੀ ਹੈ। ਸਿਮੈਟਰੀ ਹੈ ਜਿਹੜੀ ਇੰਟਰਨਿਊਕਲੀਅਰ ਐਕਸਿਸ ਦੇ ਅਰਾਊਂਡ ਹੈ ਜਿਹੜੀ ਉਹ
ਸਿਮੈਟ੍ਰਿਕ ਹੋਣਾ ਚਾਹੀਦਾ ਹੈ, ਤਾਂ ਇਹ ਜਿਹੜਾ ਮੋਲੀਕੂਲਰ ਆਰਬਿਟਲ ਹੈ ਉਹ ਬਣ ਸਕਦਾ ਹੈ। ਠੀਕ ਹੈ, ਇਹ ਉਹਦੀ ਦੂਸਰੀ ਕੰਡੀਸ਼ਨ ਆ ਗਈ ਬੇਟੇ। ਤੀਸਰੀ ਕੰਡੀਸ਼ਨ ਕੀ ਹੈ ਬੇਟਾ ਕਿ ਕੰਬਾਈਨਿੰਗ ਐਟੋਮਿਕ ਆਰਬਿਟਲਸ ਮਸਟ ਓਵਰਲੈਪ ਟੂ ਦਾ ਮੈਕਸਿਮਮ ਐਕਸਟੈਂਟ। ਜਿਹੜਾ ਓਵਰਲੈਪ ਹੈ ਉਹ ਮੈਕਸਿਮਮ ਹੋਣਾ ਚਾਹੀਦਾ ਹੈ, ਕਿਉਂਕਿ ਜਿੰਨਾ ਓਵਰਲੈਪ ਜ਼ਿਆਦਾ ਹੋਏਗਾ ਐਟੋਮਿਕ ਆਰਬਿਟਲਸ ਦੇ ਵਿੱਚ, ਉਨਾ ਹੀ ਬੌਂਡ ਦੀ ਸਟਰੈਂਥ ਹੈ ਜਿਹੜੀ ਬੇਟੇ ਉਹ ਜ਼ਿਆਦਾ ਹੋਏਗੀ। ਜਿੰਨਾ ਜਿਹੜਾ ਓਵਰਲੈਪ ਘੱਟ ਹੋਏਗਾ ਉਨੀ ਬੌਂਡ ਦੀ ਐਕਸਟੈਂਟ ਜਿਹੜੀ ਸਟਰੈਂਥ ਹੈ ਘੱਟ ਹੋਏਗੀ। ਤਾਂ ਜਿੰਨੀ ਬੌਂਡ ਦੀ ਸਟਰੈਂਥ ਜ਼ਿਆਦਾ ਹੋਏਗੀ ਜਾਂ ਜਿੰਨਾ ਓਵਰਲੈਪਡ ਏਰੀਆ ਜ਼ਿਆਦਾ ਹੋਏਗਾ, ਉਹਨਾਂ ਉਹ ਕਹਿ ਸਕਦੇ ਆ ਕਿ ਜਿਹੜਾ ਮੋਲੀਕੂਲ ਬਣਨ ਲਈ ਫੇਵਰੇਬਲ ਹੋਏਗਾ, ਤਾਂ ਉਹਨਾਂ ਮੋਲੀਕੂਲ ਦੀ ਸਟਰੈਂਥ ਜ਼ਿਆਦਾ ਹੋਏਗੀ। ਠੀਕ ਹੈ, ਤਾਂ ਇਹ ਤਿੰਨ ਮੇਨ ਕੰਡੀਸ਼ਨਸ ਹੈ ਕਿ ਜਿਨ੍ਹਾਂ ਦੇ ਵਿੱਚ ਜਿਹੜੇ ਐਟੋਮਿਕ ਆਰਬਿਟਲਸ ਹੈ ਉਹ ਕੰਬਾਈਨ ਹੋ ਸਕਦੇ ਹੈ। ਠੀਕ ਹੈ, ਨੈਕਸਟ ਆਪਾਂ ਕਰਦੇ ਹਾਂ ਬੇਟੇ ਟਾਈਪਸ ਆਫ ਮੋਲੀਕੂਲਰ ਆਰਬਿਟਲਸ। ਹੁਣ ਜਦੋਂ ਇਹ ਐਟੋਮਿਕ ਆਰਬਿਟਲਸ ਕੰਬਾਈਨ ਹੋ ਗਏ ਤਾਂ ਮੋਲੀਕੂਲਰ ਆਰਬਿਟਲਸ ਬਣ ਜਾਣਗੇ। ਤਾਂ ਮੋਲੀਕੂਲਰ ਆਰਬਿਟਲਸ ਦੀਆਂ ਆਪਾਂ ਹੁਣ ਟਾਈਪਸ ਕਰਦੇ ਹਾਂ। ਆਪਾਂ ਪਹਿਲਾਂ ਵੀ ਕੱਲ ਵੀ ਇਹ ਡਿਸਕਸ ਤਾਂ ਕੀਤੀਆਂ ਸੀ, ਪਰ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਅੱਜ ਡਿਸਕਸ ਕਰਦੇ ਹਾਂ ਕਿ ਮੇਨ ਟਾਈਪਸ ਕਿਹੜੀਆਂ ਕਿਹੜੀਆਂ। ਠੀਕ ਹੈ, the molecular orbitals of diatomic molecules are designated as, ਜਿਹੜੇ molecular orbital ਬਣ ਗਏ diatomic molecule ਵਾਸਤੇ, ਉਹਨਾਂ ਨੂੰ ਆਪਾਂ ਕਿਵੇਂ ਲਿਖਦੇ ਹਾਂ ਬੇਟੇ, ਸਿਗਮਾ ਐਂਡ ਪਾਈ। ਡੈਲਟਾ ਵੀ ਦਿੱਤਾ ਹੁੰਦਾ ਤੁਹਾਨੂੰ, ਪਰ ਆਪਾਂ ਨੂੰ ਡੈਲਟਾ ਇਹਦੇ ਵਿੱਚ ਤੁਹਾਨੂੰ ਸਿਰਫ ਆਪਾਂ ਸਿਗਮਾ ਤੇ ਪਾਈ ਨੂੰ ਹੀ ਸਟੱਡੀ ਕਰਨਾ ਹੈ। ਤੇ ਕਿਹੜੀ ਬੌਂਡਿੰਗ ਬਣਦੀ ਹੈ ਉਹ, ਤਾਂ ਕਿਹੜੇ ਕਿਹੜੇ ਹੁੰਦੇ ਆ ਇਹ, ਸਿਗਮਾ ਤੇ ਪਾਈ। ਸਿਗਮਾ ਤੇ ਪਾਈ ਨਾਲ ਅਸੀਂ ਉਹਨੂੰ ਡੈਜ਼ਿਗਨੇਟ ਕਰਦੇ ਹਾਂ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਕਿ ਸਿਗਮਾ ਬੌਂਡ ਜਿਹੜਾ ਮੋਲੀਕੂਲਰ ਆਰਬਿਟਲ ਕਿਵੇਂ ਬਣੇਗਾ ਤੇ ਪਾਈ ਮੋਲੀਕੂਲਰ ਆਰਬਿਟਲ ਕਿਵੇਂ ਬਣੇਗਾ। ਠੀਕ ਹੈ, ਤਾਂ ਆਪਾਂ ਪਹਿਲਾਂ ਪੜ੍ਹਦੇ ਹਾਂ ਸਿਗਮਾ ਮੋਲੀਕੂਲਰ ਆਰਬਿਟਲ, ਇਹ ਕਿਵੇਂ ਬਣੇਗਾ। ਹੁਣ ਸਿਗਮਾ ਤਾਂ ਅਸੀਂ ਪੜ੍ਹਿਆ ਹੋਇਆ, ਸਿਗਮਾ ਕਿਵੇਂ ਬਣਦਾ ਬੇਟੇ, ਆਪਾਂ ਕਿਹਾ ਸੀ ਕਿ ਜਦੋਂ ਐਟੋਮਿਕ, ਪਿਛਲੀ ਥਿਊਰੀ ਦੇ ਵਿੱਚ ਵੀ ਆਪਾਂ ਕੀਤਾ ਸਿਗਮਾ ਤੇ ਪਾਈ ਬੌਂਡ ਪੜ੍ਹਿਆ ਸੀ ਆਪਾਂ। ਸਿਗਮਾ ਬੌਂਡ ਕਿਵੇਂ ਬਣਦਾ ਸੀ, ਬਾਏ ਐਕਸੀਅਲ ਓਵਰਲੈਪ ਜਾਂ ਹੈਡ ਟੂ ਹੈਡ ਓਵਰਲੈਪ ਨਾਲ, ਤੇ ਪਾਈ ਕਿਵੇਂ ਬਣਦਾ ਸੀ, ਬਾਏ ਸਾਈਡ ਵਾਈਜ਼ ਓਵਰਲੈਪ ਨਾਲ। ਹੁਣ ਵੀ ਉਵੇਂ ਹੀ ਬਣੇਗਾ, ਹੁਣ ਵੀ ਇਹ ਉਵੇਂ ਬਣੇਗਾ। ਸਿਗਮਾ ਮੋਲੀਕੂਲਰ ਆਰਬਿਟਲ ਕਿਵੇਂ ਬਣੇਗਾ, ਇਟ ਇਜ਼ ਫਾਰਮਡ ਬਾਏ ਦ ਐਕਸੀਅਲ ਓਵਰਲੈਪਿੰਗ ਆਫ ਐਟੋਮਿਕ ਆਰਬਿਟਲਸ। ਜਦੋਂ ਐਟੋਮਿਕ ਆਰਬਿਟਲਸ ਦਾ ਐਕਸੀਅਲ ਓਵਰਲੈਪ ਹੋਏਗਾ, ਹੈਡ ਟੂ ਹੈਡ ਓਵਰਲੈਪ ਹੋਏਗਾ, ਤਾਂ ਫਿਰ ਸਿਗਮਾ ਮੋਲੀਕੂਲਰ ਆਰਬਿਟਲ ਬਣੇਗਾ। ਠੀਕ ਹੈ, ਸਿਗਮਾ ਮੋਲੀਕੂਲਰ ਆਰਬਿਟਲਸ ਆਰ ਸਿਮੈਟ੍ਰੀਕਲ ਅਰਾਊਂਡ ਦਾ ਬੌਂਡ ਐਕਸਿਸ। ਜਿਹੜਾ ਬੌਂਡ ਐਕਸਿਸ ਕਿਹਨੂੰ ਕਹਿੰਦੇ ਆ, ਆਹ ਬੌਂਡ ਬਣਦਾ ਜਿਹੜਾ, ਇਹ ਬੌਂਡ ਐਕਸਿਸ ਦੇ ਅਰਾਊਂਡ ਜਿਹੜੀ ਹੈ ਡੈਂਸਿਟੀ ਉਹ ਉੱਥੇ ਉਹਦੀ ਜ਼ਿਆਦਾ ਹੋਏਗੀ, ਸਿਮੈਟ੍ਰਿਕ ਹੋਏਗੀ। ਠੀਕ ਹੈ, ਸਿਗਮਾ ਮੋਲੀਕੂਲਰ ਆਰਬਿਟਲਸ ਆਰ ਸਿਮੈਟ੍ਰੀਕਲ ਅਰਾਊਂਡ ਦਾ ਬੌਂਡ ਐਕਸਿਸ, ਮਤਲਬ ਜ਼ਿਆਦਾ ਨਿਊਕਲੀਅਸ ਦੇ ਇਹ ਵਿਚਕਾਰ ਇਹ ਡੈਂਸਿਟੀ ਹੈ ਜਿਹੜੀ ਕੀ ਆ ਗਈ, ਜ਼ਿਆਦਾ ਆ ਗਈ। ਪੋਜ਼ਿਟਿਵ ਸਾਈਨ ਹੈ ਜਿਹੜੇ ਉਹ ਵਿਚਕਾਰ ਹੈ, ਮਤਲਬ ਕਿ ਇਲੈਕਟ੍ਰੋਨ ਦੀ ਡੈਂਸਿਟੀ ਇੱਥੇ ਜ਼ਿਆਦਾ ਆਈ ਹੋਈ ਹੈ। These are further designated as, ਹੁਣ ਇਸ ਸਿਗਮਾ ਮੋਲੀਕੂਲਰ ਆਰਬਿਟਲਸ ਨੂੰ ਅਸੀਂ ਫਰਦਰ ਡੈਜ਼ਿਗਨੇਟ ਕਿਵੇਂ ਕਰਦੇ ਹਾਂ, ਸਿਗਮਾ ਐਂਡ ਸਿਗਮਾ ਸਟਾਰ ਦੇ ਨਾਲ। ਹੁਣ ਇਹ ਡਿਪੈਂਡ ਕਿਹਦੇ ਤੇ ਕਰਦਾ ਹੈ ਕਿ ਅਸੀਂ ਸਿਗਮਾ ਲੈ ਰਹੇ ਹਾਂ ਕਿ ਸਿਗਮਾ ਸਟਾਰ ਲੈ ਰਹੇ ਹਾਂ, ਇਹ ਕਿਹਦੇ ਤੇ ਡਿਪੈਂਡ ਕਰੇਗਾ ਬੇਟੇ, whether these are bonding or anti-bonding in nature respectively। ਜੇ ਬੌਂਡਿੰਗ ਹੈ ਤਾਂ ਅਸੀਂ ਸਿਗਮਾ ਕਵਾਂਗੇ, ਜੇ ਐਂਟੀ ਬੌਂਡਿੰਗ ਹੈ ਤਾਂ ਸਿਗਮਾ ਸਟਾਰ ਕਵਾਂਗੇ। ਇਹਦਾ ਡਿਪੈਂਡ ਕਰਦਾ ਹੈ ਕਿ ਇਹਨਾਂ ਦੀ ਬੌਂਡਿੰਗ ਕਿਹੋ ਜਿਹੀ ਹੈ। ਠੀਕ ਹੈ, ਜੇ ਬੌਂਡਿੰਗ ਹੈ, ਬੌਂਡਿੰਗ ਮੋਲੀਕੂਲਰ ਆਰਬਿਟਲ ਬਣਾ ਰਿਹਾ ਹੈ ਤਾਂ ਉਹ ਸਿਗਮਾ ਹੋਏਗਾ। ਜੇ ਐਂਟੀ ਬੌਂਡਿੰਗ ਮਤਲਬ ਜੇ ਐਡੀਸ਼ਨ ਨਾਲ ਹੋ ਰਿਹਾ ਹੈ ਤਾਂ ਉਹ ਸਿਗਮਾ ਹੈ, ਤੇ ਜੇ ਸਬਟਰੈਕਸ਼ਨ ਨਾਲ ਹੋ ਰਿਹਾ ਤਾਂ ਉਹ ਸਿਗਮਾ ਸਟਾਰ ਹੈ, ਕਿਉਂਕਿ ਹੈ ਤਾਂ ਇਹ ਦੋਨੋਂ ਮੋਲੀਕੂਲਰ ਆਰਬਿਟਲ ਹੀ ਨਾ। ਠੀਕ ਹੈ, ਦੋਨੋਂ ਹੀ ਸਿਗਮਾ ਹੈ, ਪਰ ਅਸੀਂ ਜੇ ਬੌਂਡਿੰਗ ਹੈ ਤਾਂ ਉਹਨੂੰ ਇਕੱਲੇ ਸਿਗਮਾ ਨਾਲ ਲਿਖਦੇ ਹਾਂ, ਤੇ ਜੇ ਐਂਟੀ ਬੌਂਡਿੰਗ ਹੈ ਤਾਂ ਉਹਨੂੰ ਸਿਗਮਾ ਸਟਾਰ ਦੇ ਨਾਲ ਲਿਖਦੇ ਹਾਂ। ਠੀਕ ਹੈ, ਹੁਣ ਜਿਹਦੀਆਂ ਐਗਜ਼ਾਮਪਲਸ ਹੈ, ਜਿਵੇਂ 1s ਤੇ 1s ਆਰਬਿਟਲ ਕੰਬਾਈਨ ਹੋ ਰਿਹਾ। ਠੀਕ ਹੈ, ਆਪਾਂ 1s ਲੈ ਕੇ ਹੀ ਚੱਲਦੇ ਹਾਂ, 2s ਤੇ 2s ਵੀ ਹੋ ਸਕਦਾ ਹੈ, 2pz ਤੇ 2pz, ਇਹਨਾਂ ਦੇ ਵਿੱਚ ਵੀ ਕੀ ਬਣੇਗਾ, ਸਿਗਮਾ ਬਣੇਗਾ। ਠੀਕ ਹੈ, ਤਾਂ ਆਪਾਂ ਲੈ ਲਿਆ ਪਹਿਲਾਂ 1s, ਤੇ ਹੁਣ 1s ਆ ਗਿਆ। ਹੁਣ ਇਹਦੇ ਵਿੱਚ ਕੀ ਆਏਗਾ, ਹੁਣ 1s ਦਾ ਆਪਾਂ ਪੋਜ਼ਿਟਿਵ ਪਾਰਟ
ਦੋਨੋਂ ਆਪਸ ਦੇ ਵਿੱਚ ਕੰਬਾਈਨ ਹੋਣਗੇ ਤਾਂ ਕੀ ਬਣਾ ਲੈਣਗੇ ਇਹ ਜਦੋਂ ਪੋਜ਼ਿਟਿਵ ਪਾਰਟ ਆਪਸ ਦੇ ਵਿੱਚ ਕੰਬਾਈਨ ਹੋ ਰਿਹਾ ਹੈ ਤਾਂ ਇਹ ਪੋਜ਼ਿਟਿਵ ਜੇ ਆਪਾਂ ਸਾਈਨ ਹੈ ਜਿਹੜਾ ਉਹ ਵਿਚਕਾਰ ਆ ਗਿਆ ਨਿਊਕਲੀਅਸ। ਜੋ ਆਪਾਂ ਕੱਲ੍ਹ ਬਣਾਈ ਸੀ ਜੋ ਚੀਜ਼ ਬਿਲਕੁਲ ਸੇਮ ਹੈ, ਠੀਕ ਹੈ। ਤੇ ਇਹ ਬਣ ਗਿਆ ਮੋਲੀਕੂਲਰ ਆਰਬਿਟਲ। ਇਹ ਕਿਹੜਾ ਬਣਿਆ ਬੇਟੇ? ਬੌਂਡਿੰਗ। ਇਹ ਕਿਵੇਂ ਬਣਿਆ? ਬਾਈ ਐਡੀਸ਼ਨ ਨਾਲ, ਕਿਉਂਕਿ ਸੇਮ ਸਾਈਨ ਇੱਕੋ ਹੀ ਸਾਈਡ ਤੇ ਹੈ। ਤਾਂ ਇਹ ਕੀ ਹੋਏਗਾ? ਸਿਗਮਾ 1s। ਇਹਨੂੰ ਲਿਖਣਾ, ਇਹਨੂੰ ਆਪਾਂ 1s ਕਹਿੰਦੇ ਹਾਂ। ਇਹ ਐਟੋਮਿਕ ਆਰਬਿਟਲ ਹੈ, ਇਹ ਵੀ ਐਟੋਮਿਕ ਆਰਬਿਟਲ ਹੈ। ਇਹ ਕੀ ਬਣ ਗਿਆ ਬੇਟੇ? ਮੋਲੀਕੂਲਰ ਆਰਬਿਟਲ। ਤਾਂ ਇਹਨੂੰ ਮੋਲੀਕੂਲਰ, ਇਹ ਦੋ ਸੀ, ਠੀਕ ਹੈ। ਐਟੋਮਿਕ ਆਰਬਿਟਲ ਦੋ ਹੈ ਤਾਂ ਦੋ ਹੀ ਮੋਲੀਕੂਲਰ ਆਰਬਿਟਲ ਬਣਨਗੇ। ਤਾਂ ਇੱਕ ਤਾਂ ਬਣ ਗਿਆ ਐਡੀਸ਼ਨ ਦੇ ਨਾਲ, ਠੀਕ ਹੈ। ਇਹਨੂੰ ਅਸੀਂ ਕਹਿੰਦੇ ਆ ਸਿਗਮਾ 1s, ਠੀਕ ਹੈ। ਨਾਮ ਇਹੀ ਰਹੇਗਾ ਪਰ ਨਾਲ ਕੀ ਲੱਗ ਜਾਏਗਾ? ਸਿਗਮਾ। ਸਿਗਮਾ ਦਾ ਮਤਲਬ ਕੀ ਹੋ ਗਿਆ? ਮੋਲੀਕੂਲਰ ਆਰਬਿਟਲ, ਠੀਕ ਹੈ। ਸਿਗਮਾ ਮੀਨਸ ਮੋਲੀਕੂਲਰ ਆਰਬਿਟਲ, ਪਰ ਨਾਮ ਕੀ ਹੈ ਜੋ ਐਡ ਹੋ ਰਿਹਾ ਉਹੀ ਸਿਗਮਾ 1s। ਹੁਣ ਇੱਕ ਆਰਬਿਟਲ ਤਾਂ ਇਹ ਬਣ ਗਿਆ, ਇੱਕ ਹੋਰ ਬਣੇਗਾ। ਉਹ ਕਿਵੇਂ ਬਣੇਗਾ ਬੇਟੇ? ਇਹਨਾਂ ਦੇ ਸਬਟ੍ਰੈਕਸ਼ਨ ਨਾਲ, ਠੀਕ ਹੈ, ਇਹਨਾਂ ਦੇ ਸਬਟ੍ਰੈਕਸ਼ਨ ਨਾਲ। ਹੁਣ ਤੁਸੀਂ ਇਹਨਾਂ ਨੂੰ ਸਬਟ੍ਰੈਕਸ਼ਨ ਨੂੰ ਦੋ ਤਰ੍ਹਾਂ ਨਾਲ ਲਿਖ ਸਕਦੇ ਹੋ ਬੇਟੇ। ਇੱਕ ਤਾਂ ਪੋਜ਼ਿਟਿਵ ਸਾਈਨ ਤੇ ਨੈਗੇਟਿਵ ਸਾਈਨ ਇੱਕੋ ਹੀ ਪਾਸੇ ਲਿਖਤਾ ਤਾਂ ਪੋਜ਼ਿਟਿਵ ਕਰਤਾ, ਐਡ ਕਰਤਾ ਵੇਵਸ ਨੂੰ। ਪੋਜ਼ਿਟਿਵ ਤੇ ਨੈਗੇਟਿਵ ਇੱਕ ਦੂਜੇ ਨੂੰ ਕੈਂਸਲ ਕਰ ਦੇਣਗੇ, ਠੀਕ ਹੈ। ਤਾਂ ਵੇਵ ਸਬਟ੍ਰੈਕਟ ਹੋ ਜਾਏਗੀ। ਜਾਂ ਤੁਸੀਂ ਕੀ ਲਿਖ ਸਕਦੇ ਹੋ ਬੇਟੇ? ਐਵੇਂ ਹੀ ਸਾਈਨ ਇੱਕ ਸਾਈਡ ਤੇ ਲਿਖ ਕੇ ਤੇ ਮਾਈਨਸ ਪਾ ਦਿਓ। ਦੋਨੋਂ ਤਰ੍ਹਾਂ ਨਾਲ ਲਿਖ ਸਕਦੇ ਹੋ। ਚਾਹੇ ਤੁਸੀਂ ਇੱਥੇ ਨੈਗੇਟਿਵ ਕਰ ਦਿਓ, ਠੀਕ ਹੈ, ਮਾਈਨਸ ਕਰ ਦਿਓ ਦੋਨਾਂ ਨੂੰ, ਦੋਨੋਂ ਪਾਸੇ ਪੋਜ਼ਿਟਿਵ ਸਾਈਨ ਕਰ ਦਿਓ। ਜਾਂ ਇੱਥੇ ਜੇ ਪੋਜ਼ਿਟਿਵ ਪਾਤਾ ਤਾਂ ਸਾਈਨ ਉਲਟ ਕਰ ਦਿਓ। ਇਹ ਦੋ ਤਰ੍ਹਾਂ ਨਾਲ ਤੁਸੀਂ ਲਿਖ ਸਕਦੇ ਹੋ। ਮਤਲਬ ਕੀ ਹੈ ਕਿ ਸਾਈਨ ਮਤਲਬ ਸਬਟ੍ਰੈਕਟ ਕਰਨਾ ਹੈ। ਵੇਵ ਫੰਕਸ਼ਨ ਐਡ ਨਹੀਂ ਹੋਣਗੇ, ਇੱਥੇ ਵੇਵਸ ਐਡ ਨਹੀਂ ਹੋਣਗੀਆਂ, ਠੀਕ ਹੈ। ਮੈਗਨੀਟਿਊਡ ਉਹਨਾਂ ਦਾ ਵਧੇਗਾ ਨਹੀਂ, ਮੈਗਨੀਟਿਊਡ ਹੈ ਜਿਹੜਾ ਉਹ ਵਧੇਗਾ ਨਹੀਂ। ਤਾਂ ਹੁਣ ਇੱਥੇ ਕੀ ਆ ਗਿਆ? ਇੱਥੇ ਨਿਊਕਲੀਅਸ ਦੇ ਵਿਚਕਾਰ ਜਿਹੜੀ ਡੈਂਸਿਟੀ ਹੈ ਉਹ ਘਟ ਗਈ। ਇੱਥੇ ਨਿਊਕਲੀਅਸ ਦੇ ਵਿਚਕਾਰ ਡੈਂਸਿਟੀ ਕੀ ਸੀ? ਵਧੀ ਸੀ। ਇੱਥੇ ਡੈਂਸਿਟੀ ਘਟ ਗਈ। ਤਾਂ ਇਹ ਕੀ ਹੈ ਬੇਟੇ? ਇਹ ਇੱਕ ਦੂਜੇ ਨੂੰ ਰਿਪੈਲ ਕਰਨਗੇ ਤਾਂ ਮੋਲੀਕਿਊਲ ਨਹੀਂ ਬਣੇਗਾ। ਇਹ ਮੋਲੀਕਿਊਲ ਨੂੰ ਫੇਵਰ ਨਹੀਂ ਕਰੇਗਾ। ਤਾਂ ਇੱਕ ਮੋਲੀਕੂਲਰ ਆਰਬਿਟਲ ਇਹ ਬਣ ਗਿਆ ਜਿਹਨੂੰ ਅਸੀਂ ਸਿਗਮਾ 1s ਕਹਤਾ। ਦੂਜਾ ਮੋਲੀਕੂਲਰ ਆਰਬਿਟਲ ਬੇਟੇ ਇਹ ਬਣ ਗਿਆ ਜਿਹਨੂੰ ਅਸੀਂ ਸਿਗਮਾ ਸਟਾਰ 1s ਕਹਤਾ। ਆਪਾਂ ਕੀ ਕਿਹਾ ਸੀ ਕਿ ਜਿੰਨੇ ਐਟੋਮਿਕ ਆਰਬਿਟਲਸ ਪਾਰਟਿਸਿਪੇਟ ਕਰਨਗੇ ਉਨੇ ਹੀ ਮੋਲੀਕੂਲਰ ਆਰਬਿਟਲ ਵੀ ਬਣਨਗੇ, ਠੀਕ ਹੈ। ਤਾਂ ਇਹ 1s ਤੇ 1s ਕੰਬਾਈਨ ਹੋਏ ਸੀ ਤਾਂ ਇਹ ਕੀ ਬਣ ਗਿਆ? ਸਿਗਮਾ 1s ਐਂਡ ਸਿਗਮਾ ਸਟਾਰ 1s। ਇਸੇ ਤਰ੍ਹਾਂ p ਆਰਬਿਟਲਸ ਕੰਬਾਈਨ ਹੋਣਗੇ ਬੇਟੇ। p ਆਰਬਿਟਲਸ ਕਿਵੇਂ ਕੰਬਾਈਨ ਹੁੰਦੇ ਆ? ਆਪਾਂ ਲੈ ਲਿਆ pz, ਇੱਥੇ ਆਪਾਂ pz ਲੈ ਲਿਆ। pz ਕੀ ਆਏਗਾ? 2pz ਪਰ 2pz। ਇਹਦੇ ਵਿੱਚ ਪੋਜ਼ਿਟਿਵ ਸਾਈਡ ਪੋਜ਼ਿਟਿਵ ਲੋਬ ਵੱਲ ਹੈ ਤਾਂ ਇਹ ਐਡ ਹੋ ਜਾਣਗੇ। ਇੱਥੇ ਵੀ ਆਪਾਂ ਬੇਟੇ ਇਹਨੂੰ, ਮੈਂ ਪਹਿਲਾਂ s ਨਾਲ ਬਣਾਇਆ ਸੀ ਤਾਂ ਆਪਾਂ p ਹੀ ਸ਼ੋ ਕਰਾਂਗੇ, ਠੀਕ ਹੈ। p ਆਰਬਿਟਲ ਹੀ ਸ਼ੋ ਕਰਾਂਗੇ, ਠੀਕ ਹੈ। pz ਇਹਦੀ ਪੋਜ਼ਿਟਿਵ ਲੋਬ ਹੈ ਜਿਹੜੀ ਉਹ ਆਪਸ 'ਚ ਕੰਬਾਈਨ ਹੋਏ ਹੈ। ਇੱਥੇ ਮਤਲਬ ਤੁਸੀਂ ਐਂ ਦਿਖਾ ਸਕਦੇ ਹੋ, ਹੁਣ ਇੱਥੇ ਇਹ ਇੱਦਾਂ ਦਿਖਾ ਸਕਦੇ ਹੋ। ਡੈਂਸਿਟੀ ਵਿਚਾਲੇ ਕੀ ਹੋਗੀ? ਵੱਧ ਗਈ, ਠੀਕ ਹੈ। ਵਿਚਕਾਰ ਡੈਂਸਿਟੀ ਕੀ ਹੋਗੀ? ਵੱਧ ਗਈ। ਇੱਧਰ ਨੈਗੇਟਿਵ ਹੈ, ਇੱਧਰ ਨੈਗੇਟਿਵ ਹੈ, ਕਲੀਅਰ। ਇੰਟਰ ਨਿਊਕਲੀਅਰ ਐਕਸਿਸ ਦੇ ਉੱਤੇ ਹੀ ਹੈਗੇ। ਤਾਂ ਇਹ ਕੀ ਬਣ ਜਾਏਗਾ? ਸਿਗਮਾ 2pz। ਇਹ 2pz ਸੀ, ਇਹ ਵੀ 2pz ਸੀ। ਕੀ ਬਣ ਗਿਆ? ਸਿਗਮਾ 2pz। ਹੁਣ ਇਹ ਕੀ ਹੈ ਬੇਟੇ? ਇਹ ਮਾਈਨਸ ਹੋ ਗਿਆ। ਇੱਧਰ ਮਾਈਨਸ ਹੈ, ਇੱਧਰ ਪੋਜ਼ਿਟਿਵ ਹੈ ਤਾਂ ਪਲੱਸ ਕਰ ਦਿਓ। ਜੇ ਇੱਥੇ ਵੀ ਪੋਜ਼ਿਟਿਵ ਇੱਥੇ ਪੋਜ਼ਿਟਿਵ ਪਾਓਗੇ ਤਾਂ ਇੱਥੇ ਵਿਚਕਾਰ ਮਾਈਨਸ ਕਰ ਦਿਓ। ਮਤਲਬ ਕਿ ਵੇਵ ਫੰਕਸ਼ਨ ਨੇ ਸਬਟ੍ਰੈਕਟ ਹੋਣਾ ਹੈ, ਠੀਕ ਹੈ। ਤਾਂ ਹੁਣ ਇਹ ਜਿਹੜਾ ਤੁਹਾਡੇ ਕੋਲੇ ਮੋਲੀਕੂਲਰ ਆਰਬਿਟਲ ਬਣੇਗਾ, ਇਹ ਵਿਚਕਾਰ ਡੈਂਸਿਟੀ ਕੀ ਹੈ? ਘਟ ਰਹੀ ਹੈ। ਸਾਈਡਾਂ ਦੇ ਜ਼ਿਆਦਾ ਹੈ, ਵਿਚਕਾਰ ਘਟ ਗਈ ਹੈ। ਇਹਦਾ ਮਤਲਬ ਕੀ ਹੈ? ਇਹ ਫੇਵਰ ਨਹੀਂ ਕਰੇਗਾ ਮੋਲੀਕਿਊਲ ਨੂੰ। ਤਾਂ ਇਹਨੂੰ ਅਸੀਂ ਕੀ ਕਹਿੰਦੇ ਹਾਂ? ਸਿਗਮਾ ਸਟਾਰ 2pz। ਇਹ ਕੀ ਸੀ? ਸਿਗਮਾ 2pz, ਇਹ ਸਿਗਮਾ ਸਟਾਰ 2pz। ਹੁਣ ਇੱਥੇ ਵੀ ਦੋ ਆਰਬਿਟਲਸ ਕੰਬਾਈਨ ਹੋ ਰਹੇ ਹੈ ਤਾਂ ਦੋ ਹੀ ਮੋਲੀਕੂਲਰ ਆਰਬਿਟਲਸ ਬਣ ਰਹੇ ਹੈ। ਇੱਕ ਸਿਗਮਾ 2pz ਤੇ ਇੱਕ ਸਿਗਮਾ ਸਟਾਰ 2pz, ਠੀਕ ਹੈ। ਇਹ ਆ ਗਿਆ ਬੇਟੇ ਸਿਗਮਾ ਮੋਲੀਕੂਲਰ ਆਰਬਿਟਲ। ਦੂਸਰੀ ਟਾਈਪ ਹੈ ਜਿਹੜਾ ਉਹ ਕੀ ਹੈ? ਪਾਈ ਮੋਲੀਕੂਲਰ ਆਰਬਿਟਲ। ਹੁਣ ਪਾਈ ਮੋਲੀਕੂਲਰ ਆਰਬਿਟਲ ਕਿਵੇਂ ਬਣੇਗਾ? ਜਿਹੜਾ ਸਾਈਡ ਵਾਈਜ਼ ਓਵਰਲੈਪ ਨਾਲ ਬਣਦਾ ਹੈ। ਇਟ ਇਜ਼ ਫਾਰਮਡ ਬਾਈ ਦ ਸਾਈਡ ਵਾਈਜ਼ ਓਵਰਲੈਪ ਆਫ ਦ ਐਟੋਮਿਕ ਆਰਬਿਟਲਸ। Pi molecular orbitals are not symmetrical
ਅਰਾਊਂਡ ਦ ਬੌਂਡ ਐਕਸਿਸ। ਹੁਣ ਬੌਂਡ ਐਕਸਿਸ ਦੇ ਅਰਾਊਂਡ ਇਹ ਸਿਮੈਟ੍ਰੀਕਲ ਨਹੀਂ ਹੁੰਦੇ, ਠੀਕ ਹੈ। ਹੁਣ ਇਹਨਾਂ ਨੂੰ ਵੀ ਫਿਰ ਅਸੀਂ ਫਰਦਰ ਡੈਜ਼ਿਗਨੇਟ ਕਿਵੇਂ ਕਰਦੇ ਹਾਂ ਬੇਟੇ, ਪਾਈ ਐਂਡ ਪਾਈ ਸਟਾਰ। ਜੇ ਬੌਂਡਿੰਗ ਮੋਲੀਕੂਲਰ ऑर्बिटल है ਤਾਂ ਉਹ ਪਾਈ ਹੈ, ਜੇ ਐਂਟੀ ਬੌਂਡਿੰਗ ਹੈ ਤਾਂ ਉਹ ਪਾਈ ਸਟਾਰ ਹੈ। ਪਰ ਬੌਂਡ ਹੁਣ ਸਿਗਮਾ ਨਹੀਂ ਬਣੇਗਾ, ਕਿਹੜਾ ਬਣੇਗਾ, ਪਾਈ ਬਣੇਗਾ, ਜਦੋਂ ऑर्बिटल्स ਐਟੋਮਿਕ ऑर्बिटल्स ਸਾਈਡ ਵਾਈਜ਼ ਓਵਰਲੈਪ ਕਰਨਗੇ, ਠੀਕ ਹੈ। ਤਾਂ ਇਹਨਾਂ ਨੂੰ ਪਾਈ ਕਦੋਂ ਕਹਿਣਾ ਹੈ, ਜੇ ਬੌਂਡਿੰਗ ਹੈ, ਪਾਈ ਸਟਾਰ ਕਦੋਂ ਕਹਿਣਾ ਹੈ, ਜਦੋਂ ਐਂਟੀ ਬੌਂਡਿੰਗ ਹੈ। ਇਹਨਾਂ ਦੀ ਨੇਚਰ, ਬੌਂਡਿੰਗ ਦੀ ਨੇਚਰ ਤੇ ਡਿਪੈਂਡ ਕਰਦਾ ਹੈ। ਹੁਣ ਆਪਾਂ 2px ਲੈ ਲਿਆ, 2px ऑर्बिटल ਆ ਗਿਆ। ਹੁਣ ਇਹਨਾਂ ਦੀਆਂ ਲੋਬਸ ਬੇਟੇ ਆਪਾਂ ਪੋਜ਼ਿਟਿਵ ਇੱਕ ਪਾਸੇ ਹੈ, ਠੀਕ ਹੈ। ਤਾਂ ਇਹਦਾ ਮਤਲਬ ਜਦੋਂ ਇਹਨਾਂ ਨੇ ਓਵਰਲੈਪ ਕਰਨਾ ਸਾਈਡ ਵਾਈਜ਼ ਤਾਂ ਪੋਜ਼ਿਟਿਵ ਲੋਬ ਆਪਸ 'ਚ ਕੰਬਾਈਨ ਹੋ ਰਹੀ ਹੈ, ਨੈਗੇਟਿਵ ਕੰਬਾਈਨ ਹੋ ਰਿਹਾ। ਤਾਂ ਇਹਦਾ ਮਤਲਬ ਕੀ ਹੈ ਕਿ ਇੰਟਰ ਨਿਊਕਲੀਅਰ ਐਕਸਿਸ ਦੇ ਅਰਾਊਂਡ ਇੱਥੇ ਤੁਹਾਡੇ ਕੋਲੇ ਇਹਦੇ ਉੱਪਰ ਡੈਂਸਿਟੀ ਤੇ ਨੀਚੇ ਡੈਂਸਿਟੀ, ਇਹ ਦੋਨਾਂ ਥਾਵਾਂ ਤੇ ਡੈਂਸਿਟੀ ਹੈ ਜਿਹੜੀ ਉਹ ਇਨਕਰੀਜ਼ ਹੋ ਗਈ ਹੈ। ਤਾਂ ਇਹਨੂੰ ਅਸੀਂ ਬੌਂਡਿੰਗ ਮੋਲੀਕੂਲਰ ऑर्बिटल ਕਹਾਂਗੇ, ਠੀਕ ਹੈ। ਕੀ ਹੈ, ਬੌਂਡਿੰਗ ਮੋਲੀਕੂਲਰ ऑर्बिटल। ਇਹਨੂੰ ਅਸੀਂ ਪਾਈ 2px ਕਹਾਂਗੇ। ਨਾਮ ਇਹੀ ਰੱਖਣਾ ਜੋ ਐਟੋਮਿਕ ऑर्बिटल ਪਾਰਟਿਸਿਪੇਟ ਕਰਨਗੇ। ਬਸ ਇੱਥੇ ਜਿਹੜਾ ਹੈਗਾ ਡਿਪੈਂਡ ਕਰੇਗਾ ਕਿ ਜਿਹੜਾ ਬੌਂਡ ਕਿਵੇਂ ਬਣ ਰਿਹਾ। ਜੇ ਸਾਈਡ ਵਾਈਜ਼ ਓਵਰਲੈਪ ਨਾਲ ਬਣ ਰਿਹਾ ਤਾਂ ਉਹ ਪਾਈ ਬਣੇਗਾ, ਜੇ ਐਕਸੀਅਲ ਓਵਰਲੈਪ ਨਾਲ ਬਣੇਗਾ ਤਾਂ ਇੱਥੇ ਸਿਗਮਾ ਲਿਖ ਦਾਂਗੇ, ਬਸ ਇੰਨਾ ਹੀ ਹੋਏਗਾ। ਦੂਸਰੀ ਚੀਜ਼ ਕੀ ਹੈ, ਜੇ ਇਹ ਬੌਂਡਿੰਗ ਹੈ, ਸੇਮ ਸਾਈਡ ਤੇ ਹੈ ਤਾਂ ਉਹ ਸਿੰਪਲ ਬੌਂਡਿੰਗ ਨੂੰ ਸ਼ੋ ਕਰੇਗਾ। ਜੇ ਆਪੋਜ਼ਿਟ ਸਾਈਡ ਸੇਮ ਸਾਈਡ ਤੇ ਆ ਜਾਣਗੇ ਤਾਂ ਫਿਰ ਉਹ ਸਿਗਮਾ ਸਟਾਰ ਬਣ ਜਾਏਗਾ। ਉਹ ਚਾਹੇ ਸਿਗਮਾ ਚਾਹੇ ਪਾਈ ਹੈ, ਉਹ ਸਟਾਰ ਬਣ ਜਾਏ, ਉਹਦੇ ਉੱਤੇ ਸਟਾਰ ਲਗਾ ਦਾਂਗੇ ਤਾਂ ਉਹ ਐਂਟੀ ਬੌਂਡਿੰਗ ਨੂੰ ਰਿਪਰੈਜ਼ੈਂਟ ਕਰੇਗਾ। ਬਸ ਇਹ ਧਿਆਨ ਰੱਖਣਾ ਹੈ, ਠੀਕ ਹੈ। ਹੁਣ ਇਹ ਬਣ ਗਿਆ ਤੁਹਾਡੇ ਕੋਲੇ ਪਾਈ ਬੌਂਡਿੰਗ 2px। ਇਸੇ ਤਰ੍ਹਾਂ ਹੁਣ ਆਪਾਂ ਪਾਈ ਐਂਟੀ ਬੌਂਡਿੰਗ ਬਣਾਵਾਂਗੇ। ਐਂਟੀ ਬੌਂਡਿੰਗ ਦੇ ਵਿੱਚ ਕੀ ਹੈ ਬੇਟੇ, ਸੇਮ ਸਾਈਡ ਦੇ ਉੱਤੇ ਆਪੋਜ਼ਿਟ ਸਾਈਨ ਆ ਗਏ, ਠੀਕ ਹੈ। ਤਾਂ ਇਹ ਇੱਕ ਦੂਜੇ ਨੂੰ ਕੈਂਸਲ ਆਊਟ ਕਰ ਦਿੰਦੇ ਆ, ਤਾਂ ਮਤਲਬ ਡੈਂਸਿਟੀ ਨੂੰ ਇਹ ਪੁਸ਼ ਕਰਦੇ ਆ। ਤਾਂ ਇਹ ਕੀ ਹੈ, ਇਹ ਡੈਂਸਿਟੀ ਹੈ ਜਿਹੜੀ ਇਹ ਇੱਧਰ ਨੂੰ ਸਮਾਂ ਘਟ ਗਈ। ਜਦੋਂ ਸੇਮ ਸਾਈਨ ਇੱਕੋ ਜਿਹੇ, ਇਹ ਚਾਰਜ ਨਹੀਂ ਹੈਗੇ ਬੇਟੇ ਕਿ ਤੁਸੀਂ ਕਹੋ ਕਿ ਇਹ ਚਾਰਜ ਹੈ ਕਿ ਇਹ ਤਾਂ ਅਟਰੈਕਟ ਕਰਨਗੇ ਇੱਕ ਦੂਜੇ ਨੂੰ। ਇਹ ਆਪਾਂ ਵੇਵ ਫੰਕਸ਼ਨ ਨੂੰ ਰਿਪਰੈਜ਼ੈਂਟ ਕਰਤਾ ਹੈ। ਵੇਵ ਫੰਕਸ਼ਨ ਕੀ ਹੈ, ਜਾਂ ਕ੍ਰੈਸਟ ਬਣਿਆ ਹੋਇਆ ਜਾਂ ਟਰਫ ਬਣਿਆ ਹੋਇਆ। ਜੇ ਕ੍ਰੈਸਟ ਦੇ ਵੱਲ ਕ੍ਰੈਸਟ ਹੈ ਤਾਂ ਸੇਮ ਸਾਈਨ ਹੈ, ਜੇ ਟਰਫ ਤੇ ਕ੍ਰੈਸਟ ਆ ਗਏ ਤਾਂ ਆਪੋਜ਼ਿਟ ਸਾਈਨ ਹੈ। ਇਹ ਚਾਰਜ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ, ਇਹ ਧਿਆਨ ਕਰਨਾ ਤੁਸੀਂ, ਠੀਕ ਹੈ। ਦਿਲ ਸਕੋਗੇ ਕਿ ਆਪੋਜ਼ਿਟ ਚਾਰਜ ਹੈ ਤਾਂ ਸਮਾਂ ਅਟਰੈਕਟ ਕਰਨਗੇ, ਇਹ ਸੇਮ ਚਾਰਜ ਨਹੀਂ ਹੈ। ਆਪਾਂ ਸਾਈਨ ਪਾਏ ਹੈ ਉਹਨਾਂ ਨੂੰ ਸ਼ੋ ਕਰਨ ਵਾਸਤੇ ਕਿ ਕ੍ਰੈਸਟ ਹੈ ਜਾਂ ਟਰਫ ਹੈ। ਤਾਂ ਹੁਣ ਇੱਥੇ ਕੀ ਹੈ, ਡੈਂਸਿਟੀ ਹੈ, ਇਹ ਵਿਚਕਾਰ ਸਮਾਂ ਇੱਕ ਨੋਡ ਬਣ ਗਈ ਜਿੱਥੇ ਪ੍ਰੋਬੇਬਿਲਿਟੀ ਹੈ ਜਿਹੜੀ ਉਹ 0 ਹੋ ਗਈ, ਐਂ ਕਹਿ ਸਕਦੇ ਆਪਾਂ। ਨੋਡਲ ਏਰੀਆ ਦੇ ਵਿੱਚ ਅਸੀਂ 0 ਕਹਿੰਦੇ ਹਾਂ। ਇੱਥੇ ਇਹਦੇ ਅਰਾਊਂਡ ਨਿਊਕਲੀਅਸ ਜਿਹੜਾ ਆਪਾਂ ਇੰਟਰ ਨਿਊਕਲੀਅਰ ਡਿਸਟੈਂਸ ਜਾਂ ਤੁਸੀਂ ਬੌਂਡ ਐਕਸਿਸ ਹੈ ਜਿਹੜਾ, ਉਹਦੇ ਅਰਾਊਂਡ ਉੱਪਰ ਤੇ ਨੀਚੇ ਨੂੰ ਡੈਂਸਿਟੀ ਵੱਧ ਗਈ ਸੀ। ਪਰ ਇਹ ਬੌਂਡ ਐਕਸਿਸ ਦੇ ਜਿਹੜੇ ਹੈਗਾ ਇੱਥੇ ਡੈਂਸਿਟੀ ਇੱਕ ਨੋਡ ਬਣ ਗਈ ਜਿੱਥੇ ਡੈਂਸਿਟੀ 0 ਹੋ ਗਈ। ਤਾਂ ਇਹਨੂੰ ਅਸੀਂ ਐਂਟੀ ਬੌਂਡਿੰਗ ਮੋਲੀਕੂਲਰ ऑर्बिटल ਕਹਿੰਦੇ ਆ। ਇਹਨੂੰ ਅਸੀਂ ਕਾਹਦੇ ਨਾਲ ਲਿਖਦੇ ਹਾਂ ਬੇਟੇ, ਪਾਈ ਸਟਾਰ ਦੇ ਨਾਲ। ਇਹ ਪਾਈ ਸਟਾਰ 2px ਬਣ ਗਿਆ, ਠੀਕ ਹੈ। ਹੁਣ ਆਪਾਂ ਬੇਟੇ ਡਿਸਟਿੰਕਸ਼ਨ ਕਰਦੇ ਹਾਂ ਬਿਟਵੀਨ ਐਟੋਮਿਕ ਐਂਡ ਮੋਲੀਕੂਲਰ ऑर्बिटल्स। ਹੁਣ ਐਟੋਮਿਕ ਤੇ ਮੋਲੀਕੂਲਰ ऑर्बिटल ਦੇ ਵਿੱਚ ਕੀ ਫਰਕ ਹੁੰਦਾ ਹੈ। ਹੁਣ ਆਪਾਂ ਦੋਨੋਂ ਪੜ੍ਹੇ ਹੈ, ਐਟੋਮਿਕ ऑर्बिटल ਵੀ ਪਹਿਲਾਂ ਪੜ੍ਹੇ ਹੈ ਆਪਾਂ, ਤੇ ਹੁਣ ਆਪਾਂ ਮੋਲੀਕੂਲਰ ऑर्बिटल ਵੀ ਪੜ੍ਹ ਲਏ ਕਿਵੇਂ ਬਣਦੇ ਹੈ। ਇਹਨਾਂ 'ਚ ਕੀ ਫਰਕ ਹੈ। The electron cloud extend around the nucleus of the single atom। ਇੱਕ ਸਿੰਗਲ ਐਟਮ ਦੇ ਵਿੱਚ ਹੁੰਦਾ ਹੈ, ਐਟੋਮਿਕ ऑर्बिटल ਦੇ ਵਿੱਚ ਤਾਂ ਕੀ ਹੁੰਦਾ ਹੈ, ਸਿੰਗਲ ਐਟਮ ਜਿਹੜੀ ਹੁੰਦੀ ਹੈ ਉਹਦੇ ਵਿੱਚ ਹੁੰਦਾ ਹੈ ਕਿ ਇਲੈਕਟ੍ਰੋਨ ਕਲਾਊਡ ਹੈ ਜਿਹੜਾ ਸਿੰਗਲ ਐਟਮ ਦੇ ਨਿਊਕਲੀਅਸ ਦੇ ਅਰਾਊਂਡ ਹੁੰਦਾ ਹੈ। ਪਰ ਇਹਦੇ 'ਚ ਕੀ ਹੈ, the electron cloud extends around the nuclei of the bonded atoms in the molecules। ਉਹ ਜਿੰਨੀਆਂ ਵੀ ਬੌਂਡਡ ਐਟਮ ਹੈ ਉਹਨਾਂ ਦੇ ਨਿਊਕਲੀਆਈ ਦੇ ਅਰਾਊਂਡ ਹੈ ਜਿਹੜੀ ਉਹ ਇਲੈਕਟ੍ਰੋਨ ਕਲਾਊਡ ਹੋਏਗਾ। ਐਟੋਮਿਕ ऑर्बिटल ਹੈ ਉਹ ਮੋਨੋਸੈਂਟ੍ਰਿਕ ਹੁੰਦਾ ਹੈ, ਜਿਹੜਾ ਮੋਲੀਕੂਲਰ ऑर्बिटल ਹੈ ਪੋਲੀਸੈਂਟ੍ਰਿਕ ਹੁੰਦਾ ਹੈ। ਇਹ ਮੋਨੋਸੈਂਟ੍ਰਿਕ ਕਿਉਂ ਹੈ, ਕਿਉਂਕਿ ਇੱਕ ਹੀ ਐਟਮ ਹੈ। ਇਹ ਪੋਲੀਸੈਂਟ੍ਰਿਕ, ਪੋਲੀ ਮੀਨਸ ਮੈਨੀ। ਇਹ ਪੋਲੀਸੈਂਟ੍ਰਿਕ ਕਿਉਂ ਹੈ, ਕਿਉਂਕਿ ਇਹਦੇ ਵਿੱਚ ਇੱਕ ਤੋਂ ਵੱਧ ਐਟਮਸ ਹੋਣਗੀਆਂ। ਇਟ ਹੈਜ਼ ਪ੍ਰੋਪਰਟੀਜ਼ ਆਫ ਦ ਸਿੰਗਲ ਐਟਮ ਓਨਲੀ।
ਜਿਹੜਾ ਐਟੋਮਿਕ ਆਰਬਿਟਲ ਹੈ ਉਹਦੇ ਵਿੱਚ ਸਿੰਗਲ ਐਟਮ ਦੀਆਂ ਪ੍ਰੋਪਰਟੀਜ਼ ਹੋਣਗੀਆਂ, ਕਿਉਂਕਿ ਇੱਕੋ ਹੀ ਐਟਮ ਹੈ, ਉਹਦੀਆਂ ਹੀ ਪ੍ਰੋਪਰਟੀਜ਼ ਉਹਦੇ ਵਿੱਚ ਹੋਣਗੀਆਂ। ਤੇ ਜਿਹੜਾ ਮੋਲੀਕੂਲਰ ਆਰਬਿਟਲ ਹੈ, ਮੋਲੀਕੂਲਰ ਆਰਬਿਟਲ ਹੈਜ਼ ਪ੍ਰੋਪਰਟੀਜ਼ ਆਫ ਦਾ ਕੰਬਾਈਨਿੰਗ ਐਟਮਸ, ਉਹਦੇ ਵਿੱਚ ਜਿਹੜੀਆਂ ਐਟਮਸ ਵੀ ਕੰਬਾਈਨ ਹੋਣਗੀਆਂ ਉਹਦੀਆਂ ਪ੍ਰੋਪਰਟੀਜ਼ ਹੋਣਗੀਆਂ ਉਹਦੇ ਵਿੱਚ, ਠੀਕ ਹੈ। ਐਟੋਮਿਕ ਆਰਬਿਟਲ ਦੀ ਸ਼ੇਪ ਹੈ ਜਿਹੜੀ ਬੇਟੇ ਉਹ ਕੀ ਹੈ, ਸਿੰਪਲ ਹੁੰਦੀ ਹੈ, ਬਟ ਮੋਲੀਕੂਲਰ ਆਰਬਿਟਲ ਦੀ ਸ਼ੇਪ ਕੰਪਲੈਕਸ ਹੁੰਦੀ ਹੈ, ਇਹਦੀ ਕੰਪਲੈਕਸ ਨੇਚਰ ਦੀ ਸ਼ੇਪ ਹੈ ਜਿਹੜੀ ਉਹ ਹੁੰਦੀ ਹੈ। Atomic orbitals are designated as SPDF, ਜਿਹੜਾ ਆਪਾਂ ਸਬਸ਼ੈਲ ਦਾ ਜਿਹੜਾ ਸਬਸ਼ੈਲ ਹੁੰਦਾ ਉਹੀ ਆਰਬਿਟਲ ਦਾ ਨਾਮ ਹੁੰਦਾ ਹੈ। ਤਾਂ ਐਟੋਮਿਕ ਆਰਬਿਟਲ ਨੂੰ ਕੀ ਕਹਿੰਦੇ ਆ ਅਸੀਂ, S ਆਰਬਿਟਲ, P ਆਰਬਿਟਲ, D ਆਰਬਿਟਲ ਐਂਡ F ਆਰਬਿਟਲ। ਪਰ ਮੋਲੀਕੂਲਰ ਆਰਬਿਟਲਸ ਨੂੰ ਅਸੀਂ ਕਿਵੇਂ ਡੈਜ਼ਿਗਨੇਟ ਕਰਦੇ ਹਾਂ ਬੇਟੇ, ਸਿਗਮਾ, ਸਿਗਮਾ ਸਟਾਰ ਮਤਲਬ ਬੌਂਡਿੰਗ, ਇਹ ਐਂਟੀ ਬੌਂਡਿੰਗ, ਪਾਈ, ਪਾਈ ਸਟਾਰ, ਇਹ ਬੌਂਡਿੰਗ, ਇਹ ਐਂਟੀ ਬੌਂਡਿੰਗ, ਠੀਕ ਹੈ। ਇਹਨਾਂ ਨੂੰ ਅਸੀਂ ਲਿਖਦੇ ਹੀ ਇਦਾਂ, ਸਿਗਮਾ, ਸਿਗਮਾ ਸਟਾਰ ਐਂਡ ਪਾਈ, ਪਾਈ ਸਟਾਰ, ਇਹ ਚਾਰ ਤਰ੍ਹਾਂ ਦੇ ਅਸੀਂ ਇਹਨਾਂ ਨੂੰ ਲਿਖਦੇ ਹਾਂ। ਤਾਂ ਸਿਗਮਾ ਤੇ ਪਾਈ ਬੌਂਡਿੰਗ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਸਿਗਮਾ ਸਟਾਰ ਐਂਡ ਪਾਈ ਸਟਾਰ ਐਂਟੀ ਬੌਂਡਿੰਗ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਕਲੀਅਰ ਹੋ ਗਿਆ ਬੇਟੇ। ਹੁਣ ਨੈਕਸਟ ਜਿਹੜਾ ਹੈਗਾ ਉਹ ਆਪਾਂ ਕਰਦੇ ਹਾਂ। ਹੁਣ ਇਹਦੇ ਵਿੱਚ ਨਾ ਤੁਸੀਂ ਜਿਹੜੀ ਡਿਸਟਿੰਕਸ਼ਨ ਹੈ ਜਿਹੜੀ ਮੋਲੀਕਿਊਲ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਦੱਸਤਾ ਕਿ ਆਪਾਂ ਐਟੋਮਿਕ ਆਰਬਿਟਲ ਤੇ ਮੋਲੀਕੂਲਰ ਆਰਬਿਟਲ ਦੇ ਵਿੱਚ ਆਪਾਂ ਡਿਫਰੈਂਸ ਕੀਤਾ ਹੈ, ਇਸੇ ਤਰ੍ਹਾਂ ਬੇਟੇ ਤੁਸੀਂ ਬੌਂਡਿੰਗ ਮੋਲੀਕੂਲਰ ਆਰਬਿਟਲ ਤੇ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲ ਦੇ ਵਿੱਚ ਆਪਣੇ ਆਪ ਜਿਹੜਾ ਹੈਗਾ ਉਹ ਡਿਫਰੈਂਸ ਹੈ ਜਿਹੜਾ ਉਹ ਲਿਖਣਾ ਹੈ, ਠੀਕ ਹੈ। ਬੌਂਡਿੰਗ ਮੋਲੀਕੂਲਰ ਆਰਬਿਟਲ ਐਂਡ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲ। ਤੇ ਅਗਲਾ ਜਿਹੜਾ ਡਿਫਰੈਂਸ ਤੁਸੀਂ ਲਿਖੋਗੇ ਉਹ ਸਿਗਮਾ ਮੋਲੀਕੂਲਰ ਆਰਬਿਟਲ ਤੇ ਪਾਈ ਮੋਲੀਕੂਲਰ ਆਰਬਿਟਲ। ਇਹ ਹੁਣ ਤੁਸੀਂ ਡਿਫਰੈਂਸਿਸ ਆਪ ਲਿਖਣੇ ਹੈ ਆਪਣੀ ਕਾਪੀ ਦੇ ਉੱਤੇ। ਤਾਂ ਜੇ ਨਹੀਂ ਤੁਹਾਨੂੰ ਸਮਝ ਆਈ ਤਾਂ ਫਿਰ ਮੈਂ ਤੁਹਾਨੂੰ ਨੋਟਸ ਦੇ ਵਿੱਚ ਲਿਖ ਦਾਂਗੀ, ਠੀਕ ਹੈ। ਤਾਂ ਬੌਂਡਿੰਗ ਤੇ ਐਂਟੀ ਬੌਂਡਿੰਗ ਦੇ ਵਿੱਚ, ਤੇ ਫਿਰ ਸਿਗਮਾ ਮੋਲੀਕੂਲਰ ਆਰਬਿਟਲ ਤੇ ਪਾਈ ਮੋਲੀਕੂਲਰ ਆਰਬਿਟਲ। ਕਲੀਅਰ। ਹੁਣ ਆਪਾਂ ਕਰਦੇ ਹਾਂ ਬੇਟੇ એનર્ਜੀ ਲੈਵਲ ਡਾਇਗਰਾਮ ਫॉर ਮੋਲੀਕੂਲਰ ਆਰਬਿਟਲਸ। ਹੁਣ ਮੋਲੀਕੂਲਰ ਆਰਬਿਟਲਸ ਦੇ ਲਈ ਅਸੀਂ એનર્ਜੀ ਲੈਵਲ ਮੇਨ ਪਾਰਟ ਇਸ ਥਿਊਰੀ ਦਾ, ਵੈਰੀ ਵੈਰੀ ਇੰਪੋਰਟੈਂਟ ਪਾਰਟ, ਠੀਕ ਹੈ। ਬਹੁਤ ਅੱਛੀ ਤਰ੍ਹਾਂ ਸਮਝਣਾ ਹੈ ਬੇਟੇ, ਇਹ 'ਚੋਂ ਕੁਐਸਚਨ ਤੁਹਾਨੂੰ 100% ਆਉਣਾ ਹੀ ਆਉਣਾ ਹੈ, ਠੀਕ ਹੈ। ਤਾਂ એનર્ਜੀ ਲੈਵਲ ਡਾਇਗਰਾਮ ਆਪਾਂ ਮੋਲੀਕੂਲਰ ਆਰਬਿਟਲਸ ਦੀ ਹੁਣ ਕਰਾਂਗੇ। ਆਪਾਂ ਬੇਟੇ ਕੀ ਦੇਖਿਆ ਹੋਇਆ ਹੈ ਕਿ ਜਿਹੜਾ 1s ਐਟੋਮਿਕ ਆਰਬਿਟਲ ਹੈ ਨਾ, ਦੋ ਐਟਮਸ ਦਾ 1s ਐਟੋਮਿਕ ਆਰਬਿਟਲ ਜਦੋਂ ਕੰਬਾਈਨ ਹੁੰਦਾ ਆਪਸ ਦੇ ਵਿੱਚ ਤਾਂ ਉਹ ਮਿਲ ਕੇ ਦੋ ਮੋਲੀਕੂਲਰ ਆਰਬਿਟਲਸ ਬਣਾ ਲੈਂਦੇ ਆ। ਆਪਾਂ ਐਗਜ਼ਾਮਪਲ ਕਰਦੇ ਹਾਂ, ਸਪੋਜ਼ ਕਰ ਲਿਆ ਆਪਾਂ ਵੀ ਕਿ 1s ਆਰਬਿਟਲ ਕੰਬਾਈਨ ਹੋ ਰਿਹਾ, ਠੀਕ ਹੈ। ਦੋ ਐਟਮਸ ਦੇ 1s ਇੱਕ ਐਟਮ ਦਾ, 1s ਦੂਜੇ ਐਟਮ ਦਾ, ਦੋ ਐਟਮਸ ਦੇ 1s ਆਰਬਿਟਲ ਕੰਬਾਈਨ ਹੋ ਕੇ ਦੋ ਮੋਲੀਕੂਲਰ ਆਰਬਿਟਲ ਬਣਾ ਰਹੇ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਸਿਗਮਾ 1s ਐਂਡ ਸਿਗਮਾ ਸਟਾਰ 1s। ਕਿ ਆਪਾਂ ਪਿੱਛੇ ਬਣਾਏ ਸੀ ਆਰਬਿਟਲ, ਤਾਂ ਆਪਾਂ ਉਹੀ ਐਗਜ਼ਾਮਪਲ ਲਈ ਹੈ। ਤਾਂ ਇਹ ਦੋ ਬਣਦੇ ਆ। ਇਸੇ ਤਰ੍ਹਾਂ ਬੇਟੇ ਜਿਹੜੇ 2s ਤੇ 2p ਆਰਬਿਟਲ ਹੈ, ਉਹਨਾਂ ਦੇ ਵੀ ਐਟੋਮਿਕ ਆਰਬਿਟਲਸ ਜਦੋਂ ਆਪਸ 'ਚ ਕੰਬਾਈਨ ਹੋਣਗੇ, ਇੱਕ ਐਟਮ ਦਾ 2s ਦੂਜੀ ਐਟਮ ਦਾ 2s ਆਪਸ 'ਚ ਕੰਬਾਈਨ ਹੋਣਗੇ, ਠੀਕ ਹੈ। ਇਸੇ ਤਰ੍ਹਾਂ 2p ਇੱਕ ਐਟਮ ਦਾ 2px ਤੇ ਦੂਜੀ ਐਟਮ ਦਾ ਵੀ 2px ਕੰਬਾਈਨ ਹੋਣਗੇ। ਫਿਰ ਇੱਕ ਐਟਮ ਦਾ 2py ਦੂਜੀ ਐਟਮ ਦਾ ਵੀ 2py। ਇਸੇ ਤਰ੍ਹਾਂ ਤੀਸਰੀ ਜਿਹੜਾ ਇੱਕ ਐਟਮ ਦਾ 2pz ਤੇ ਦੂਜੀ ਐਟਮ ਦਾ ਵੀ 2pz ਆਪਸ 'ਚ ਕੰਬਾਈਨ ਹੋਣਗੇ ਤਾਂ ਮਿਲ ਕੇ ਉਹ 8 ਐਟੋਮਿਕ ਆਰਬਿਟਲਸ ਜਦੋਂ ਆਪਸ 'ਚ ਕੰਬਾਈਨ ਹੋਣਗੇ, ਠੀਕ ਹੈ। ਜੇ s ਕੰਬਾਈਨ ਹੋ ਰਹੇ ਹੈ ਤਾਂ ਦੋ ਐਟਮਸ ਦੇ s ਹੋਣਗੇ ਤਾਂ ਦੋ ਆਰਬਿਟਲ ਇਹ ਬਣ ਗਏ। ਜੇ p ਦੇ ਹੈ ਤਾਂ ਜਿਹੜੇ ਤਿੰਨ ਆਰਬਿਟਲ ਇੱਕ ਐਟਮ ਕੋਲ ਹੁੰਦੇ ਆ, ਠੀਕ ਹੈ। ਤਿੰਨ ਹੀ ਆਰਬਿਟਲ ਦੂਜੀ ਐਟਮਸ ਕੋਲ ਹੋਣਗੇ। ਤਾਂ ਟੋਟਲ ਕਿੰਨੇ ਬਣ ਗਏ ਬੇਟੇ, 6 ਇਹਨਾਂ ਦੇ ਬਣ ਗਏ, 2 ਇਹਨਾਂ ਦੇ ਬਣ ਗਏ, ਟੋਟਲ ਬਣ ਗਏ 8 ਐਟੋਮਿਕ ਆਰਬਿਟਲਸ ਆਫ 2 ਐਟਮਸ। ਇਕੱਠੇ ਨਹੀਂ ਕੰਬਾਈਨ ਹੋਣੇ, ਇਹ ਵੈਸੇ ਦੱਸਿਆ ਕਿ ਇਹਨਾਂ ਦੇ 8 ਐਟੋਮਿਕ ਆਰਬਿਟਲਸ ਬਣ ਜਾਣਗੇ। ਤਾਂ ਉਦੋਂ ਤੁਹਾਡੇ ਕੋਲੇ 8 ਹੀ ਮੋਲੀਕੂਲਰ ਆਰਬਿਟਲ ਬਣਨਗੇ, ਕਿਉਂਕਿ ਦੋ ਆਰਬਿਟਲ 1s ਆਰਬਿਟਲ ਇੱਕ ਐਟਮ ਦਾ, 1s ਆਰਬਿਟਲ ਦੂਸਰੀ ਐਟਮ ਦਾ ਕੰਬਾਈਨ ਹੋਏ ਸੀ ਤਾਂ ਦੋ ਮੋਲੀਕੂਲਰ ਆਰਬਿਟਲਸ ਬਣਾਏ ਸੀ। ਜਦੋਂ ਇਹ ਦੋ
2s कह लो तुसी 2s ऑर्बिटल एक एटम का ते 2s ऑर्बिटल ही दूजी एटम का कंबाइन होणगे तो ये 2 ऑर्बिटल बनणगे। ठीक है, इसे तरह 2p दे कितने ऑर्बिटल होंगे बेटे 3 ऑर्बिटल्स, तो दूजी एटम दे भी 3 ऑर्बिटल्स है तो कितने बन जाएंगे 6 ऑर्बिटल्स, तो 2a हो गए 6a हो गए, तो टोटल ऑर्बिटल कितने 8 ऑर्बिटल्स। सैकेंड सब शैल दे विच 8 एटॉमिक जिहड़े मॉलिकुलर ऑर्बिटल्स है वो बना लैणगे। ठीक है, क्योंकि 8 एटॉमिक ऑर्बिटल कंबाइन होंगे तो उन्ने ही मॉलिकुलर ऑर्बिटल बनते हैं हमेशा, तो इसी तरह दे गिव राइज टू द फॉलोइंग 8 मॉलिकुलर ऑर्बिटल्स। हुण आपां किहड़े-किहड़े बनणगे बॉन्डिंग एंड एंटी बॉन्डिंग, 4 बॉन्डिंग बनणगे ते 4 ही एंटी बॉन्डिंग बनणगे। हुण बॉन्डिंग किहड़े-किहड़े बनणगे जदों 2s ऑर्बिटल्स आपस दे विच कंबाइन होणगे। ठीक है, 2s ऑर्बिटल ते 2s ऑर्बिटल कंबाइन होया आपस ते की बन गया सिग्मा 2s जदों ये एडिशन हो रहा है। ठीक है, तो की बन गया सिग्मा 2s। जदों सिग्मा 2 जदा 2s ते 2 दूसरी एटम का भी 2s आपस च सबट्रैक्ट हो रहे हैं, वेव फंक्शन जदों सबट्रैक्ट हो रहे हैं तो उदों की बनाउणगे वो सिग्मा स्टार 2s। तो इसका मतलब 2s ने 2 मॉलिकुलर ऑर्बिटल बनाए हैं, तो एटॉमिक ऑर्बिटल्स ने 2s एटॉमिक ऑर्बिटल्स 2 ने 2 ही मॉलिकुलर ऑर्बिटल्स बनाते, तो वो किहड़े है सिग्मा 2s एंड सिग्मा स्टार 2s। इसी तरह ਆਪਾਂ ਹੁਣ 2p ਦੇ ਲੈ ਲਈਏ। ਸਭ ਤੋਂ ਪਹਿਲਾਂ ਆਪਾਂ ਲੈਣੇ 2pz ऑर्बिटल। 2pz ऑर्बिटल है ਜਿਹੜਾ ਬੇਟੇ ਉਹ ਕੀ ਬਣਾਉਂਦਾ ਹੈ ਸਿਗਮਾ ਬੌਂਡ ਬਣਾਉਂਦਾ ਹੈ, ਇਹ ਆਪਾਂ ਪਹਿਲਾਂ ਵੀ ਪੜਿਆ ਸੀ। ਠੀਕ ਹੈ, ਤਾਂ ਸਿਗਮਾ ਜਿਹੜਾ 2pz ਹੈ ਉਹ ਸਿਗਮਾ ਬੌਂਡ ਬਣਾਉਂਦਾ ਹੈ। ਤਾਂ 2pz ਇੱਕ ਐਟਮ ਦਾ 2pz ਦੂਜੀ ਐਟਮ ਦਾ ਵੀ 2pz ਆਪਸ ਚ ਕੰਬਾਈਨ ਹੋਣਗੇ ਤਾਂ ਉਹ ਕੀ ਬਣਾਉਣਗੇ ਜਦੋਂ ਵੇਵ ਫੰਕਸ਼ਨ ਐਡ ਹੋਣਗੇ ਤਾਂ ਉਹ ਸਿਗਮਾ 2pz ਬਣਾਉਣਗੇ, ਜਦੋਂ ਵੇਵ ਫੰਕਸ਼ਨ ਸਬਟਰੈਕਟ ਹੋਣਗੇ ਤਾਂ ਉਹ ਸਿਗਮਾ ਸਟਾਰ 2pz ਬਣਾਉਣਗੇ। ਠੀਕ ਹੈ, ਇਸੇ ਤਰ੍ਹਾਂ 2px ਤੇ 2py ਆ ਜਾਣਗੇ। ਹੁਣ ਆਪਾਂ ਜਦੋਂ 2px ਤੇ 2py ਨੇ ਕੰਬਾਈਨ ਹੋਣਾ ਬੇਟੇ ਉਹ ਸਾਈਡ ਵਾਈਜ਼ ਓਵਰਲੈਪ ਕਰਦੇ ਆ ਤਾਂ ਉਹ ਕੀ ਬਣਾਉਣਗੇ ਪਾਈ ਬੌਂਡ ਬਣਾਉਂਦਾ ਹੈ। ਤਾਂ ਪਾਈ 2px ਤੇ ਪਾਈ ਸਟਾਰ 2px ਇੱਕ ਬੌਂਡਿੰਗ ਤੇ ਇੱਕ ਐਂਟੀ ਬੌਂਡਿੰਗ। ਇਸੇ ਤਰ੍ਹਾਂ ਪਾਈ 2py ਐਂਡ ਪਾਈ ਸਟਾਰ 2py। क्लियर, तो बॉन्डिंग मॉलिकुलर ऑर्बिटल्स केड़े-केड़े बन गए सिग्मा 2s सिग्मा 2pz पाई 2px एंड पाई 2py। इन्हां चारां दे ऑर्बिटल्स दो एक 2s आ गया ते 3 2p ऑर्बिटल्स हो गए 2px 2py एंड 2pz। इसी तरह एंटी बॉन्डिंग केड़े हो गए पाई सिग्मा स्टार 2s सिग्मा स्टार 2pz पाई स्टार 2px एंड पाई स्टार 2py। ਹੁਣ ਆਪਾਂ ਬੇਟੇ ਜੇ ਇਹਨਾਂ ਦੀ એનર્ਜੀ ਦਾ ਲੈਵਲ ਦੇਖਣਾ ਹੋਵੇ ਤਾਂ એનર્ਜੀ ਲੈਵਲ ਆਫ ਥੀਸ ਮੋਲੀਕੂਲਰ ਆਰਬਿਟਲਸ ਹੈਜ਼ ਬੀਨ ਡਿਟਰਮਿਨ ਐਕਸਪੈਰੀਮੈਂਟਲੀ। ਇਹਨਾਂ ਦਾ ਜਿਹੜਾ એનર્ਜੀ ਦਾ ਲੈਵਲ ਹੈ मतलब कि किहदी एनर्जी घट है, इन्हां चों किहदी एनर्जी ज़्यादा है, पहला किहड़ा आएगा उस तो बाद किहड़ा आएगा उस तो बाद किहड़ा आएगा। ठीक है, आपां हमेशा सानूं पता है कि जिहड़े एटॉमिक ऑर्बिटल आपां पढ़े हुए है, आपां एटॉमिक स्ट्रक्चर दे विच आपां पिछले चैप्टर दे विच आपां बहुत डिटेल च कीता सी बेटे कि आपां इलैक्ट्रॉन दी फिलिंग करने आ तो उदों असीं 3 प्रिंसिपल्स लैंदे आ। तो ऑफ बाउ प्रिंसिपल दे अकॉर्डिंग आपां शुरू करदे आ कि इन्हां दी फिलिंग हमेशा एनर्जी लैवल के अकॉर्डिंग होंदी है। जिहदी सब तो घट एनर्जी उहदे विच असीं इलैक्ट्रॉन पहलां फिल करते हैं, फिर उस तो बाद उस तो वध एनर्जी वाले च, फिर उस तो वध उस तो वध। ठीक है, हुण इसे करके इन्हां दी भी एनर्जी का सानूं पता होना चाहिए क्योंकि इन्हां ऑर्बिटल्स दे विच भी हुण असीं इलैक्ट्रॉन फिल करांगे। जिवें असीं इलैक्ट्रॉन फिल एटॉमिक ऑर्बिटल्स च करदे सी, हुण उसे तरह असीं इलैक्ट्रॉन नूं फिल कित्थे करांगे मॉलिकुलर ऑर्बिटल्स दे विच। ठीक है, तो सानू एनर्जी का लैवल पता होना चाहिए तां ही असीं इलैक्ट्रॉन की फिलिंग उन्हां दे विच कर सकते हैं। हुण इन्हां दी एनर्जी का लैवल है ना बेटे जिहड़ा ओह एक्सपैरीमेंटली डिटरमिन किया गया है फ्रॉम स्पैक्ट्रोस्कोपिक डाटा। स्पैक्ट्रोस्कोपिक मैथड्स दे नाल ये एक्सपैरीमेंटली देखा गया है कि इन्हां दी एनर्जी का लैवल है ना जिहड़ा ओह किवें है, की सीक्वेंस है उन्हां दी एनर्जी का फॉर होमो न्यूक्लीयर डायटॉमिक मॉलिक्यूल्स। होमोन्यूक्लीयर का मतलब इको ही एटम वाले
ਡਾਇਆਟੋਮਿਕ ਜਿਸ 'ਚ 2 ਐਟਮਸ ਹੋਣ, ਇੱਕੋ ਜਿਹੀਆਂ 2 ਐਟਮਸ ਵਾਲੇ ਮੋਲੀਕਿਊਲਸ ਆ ਜਿਹੜੇ ਉਹਨਾਂ ਆਫ ਸੈਕੰਡ रो ਐਲੀਮੈਂਟਸ ਆਫ ਦਾ ਪੀਰੀਓਡਿਕ ਟੇਬਲ। ਤਾਂ ਕਿਹੜੇ ਐਲੀਮੈਂਟਸ ਆ ਉਹ? लिथियम ਦਾ ਮੋਲੀਕਿਊਲ, ਲਿਥੀਅਮ, ਬੈਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ ਐਂਡ ਨਿਓਨ ਵੀ ਇਹਦੇ 'ਚ ਆ ਜਾਏਗਾ। ਠੀਕ ਹੈ, ਸੈਕੰਡ ਪੀਰੀਅਡ ਪੂਰਾ ਇਹਨਾਂ ਸਾਰਿਆਂ ਦੇ ਮੋਲੀਕਿਊਲਸ ਬਣਾਵਾਂਗੇ ਆਪਾਂ। ਹੁਣ ਇਹ ਤਾਂ ਬਣਾ ਸਕਾਂਗੇ ਜੇ ਸਾਨੂੰ ਪਤਾ ਹੋਏਗਾ ਕਿ ਇਹਨਾਂ ਦੇ ਵਿੱਚ ਜਿਹੜੇ ਮੋਲੀਕੂਲਰ ਆਰਬਿਟਲ ਬਣਨਗੇ ਉਹਨਾਂ ਦਾ એનર્ਜੀ ਦਾ ਲੈਵਲ ਕੀ ਹੋਏਗਾ। ਹੁਣ ਇਹ ਸੀਕੁਐਂਸ ਦੇਖਣੇ ਆਪਾਂ। ਠੀਕ ਹੈ, ਹੁਣ ਇਹਨੂੰ ਐਕਸਪੈਰੀਮੈਂਟਲੀ ਪ੍ਰੂਵ ਕੀਤਾ ਗਿਆ ਹੈ, ਮਤਲਬ ਐਕਸਪੈਰੀਮੈਂਟਲੀ ਦੇਖਿਆ ਗਿਆ ਕਿ ਉਹ ਆਰਡਰ ਹੈ। ਬਸ ਇਸ ਆਰਡਰ ਨੂੰ ਆਪਾਂ ਯਾਦ ਰੱਖਣਾ ਹੈ, ਕਿਉਂਕਿ ਜਿਹੜੀ ਚੀਜ਼ ਐਕਸਪੈਰੀਮੈਂਟਲੀ ਪ੍ਰੂਵਡ ਹੈ ਉਹ ਐਵੇਂ ਹੀ ਹੋਏਗੀ। ਤਾਂ ਹੁਣ ਦ ਇਨਕਰੀਜ਼ਿੰਗ ਆਰਡਰ ਆਫ એનર્ਜੀਜ਼ ਆਫ ਵੇਰੀਅਸ ਮੋਲੀਕੂਲਰ ਆਰਬਿਟਲਸ ਫਾਰ ਸੈਕੰਡ रो ਐਲੀਮੈਂਟਸ ਅਪ ਟੂ ਨਾਈਟ੍ਰੋਜਨ। ਮਤਲਬ ਕੀ ਹੈ, ਅਸੀਂ ਕਿੱਥੋਂ ਸ਼ੁਰੂ ਕਰਾਂਗੇ? ਇਹਦੇ ਵਿੱਚ ਅਸੀਂ ਪਹਿਲਾ ਜਿਹੜਾ ਹੈਗਾ ਪੀਰੀਅਡ ਉਹਦੇ ਵੀ ਐਲੀਮੈਂਟ 2 ਲੈ ਲਾਂਗੇ, ਜਿਵੇਂ ਹੀਲੀਅਮ ਤੇ ਹਾਈਡਰੋਜਨ ਤੇ ਹੀਲੀਅਮ ਦੇ ਵਿੱਚ ਹੀ ਕਾਊਂਟ ਕਰ ਲਾਂਗੇ। ਐਂ ਕਹਿ ਲਓ ਤੁਸੀਂ ਹਾਈਡਰੋਜਨ ਤੋਂ ਲੈ ਕੇ ਨਾਈਟ੍ਰੋਜਨ ਤੱਕ ਜਿਹੜਾ ਸੀਕੁਐਂਸ ਹੈ ਉਹ ਕੀ ਹੈ? ਉਹ ਆ ਵਾਲਾ ਦਿੱਤਾ ਹੋਇਆ ਹੈ। ਮਤਲਬ ਕਿ ਸਿਗਮਾ 1s ਫਿਰ ਸਿਗਮਾ ਸਟਾਰ 1s, ਮਤਲਬ 1s ਆਰਬਿਟਲ ਦੇ ਪਹਿਲਾਂ ਬੌਂਡਿੰਗ ਐਨਰਜੀ ਜਿਹੜਾ ਹੈਗਾ ਮੋਲੀਕੂਲਰ ਆਰਬਿਟਲ ਉਹਦੀ એનર્ਜੀ ਸਭ ਤੋਂ ਘੱਟ ਤੇ ਐਂਟੀ ਬੌਂਡਿੰਗ ਦੀ એનર્ਜੀ ਉਸ ਤੋਂ ਜ਼ਿਆਦਾ। ਫਿਰ ਆ ਜਾਏਗਾ ਬੇਟੇ 2s, ਫਿਰ 2s ਦੀ ਬੌਂਡਿੰਗ ਦੀ એનર્ਜੀ ਇਹਦੇ ਨਾਲੋਂ ਜ਼ਿਆਦਾ ਪਰ ਐਂਟੀ ਬੌਂਡਿੰਗ ਨਾਲੋਂ ਘੱਟ। ਮਤਲਬ ਪਹਿਲਾਂ ਅਸੀਂ ਸਿਗਮਾ ਬੌਂਡਿੰਗ ਲੈ ਲਿਆ, ਫਿਰ ਸਿਗਮਾ ਸਟਾਰ, ਇਹਨੂੰ ਅਸੀਂ ਐਂਟੀ ਬੌਂਡਿੰਗ ਲੈ ਲਿਆ। ਪਹਿਲਾਂ 1s ਆਰਬਿਟਲਸ ਆ ਗਏ, ਫਿਰ 2s ਆਰਬਿਟਲ। ਇਹ ਉਹੀ ਸੀਕੁਐਂਸ ਹੈ ਬੇਟੇ ਜਿਹੜਾ ਆਪਾਂ ਲੈਂਦੇ ਆ, ਬਿਲਕੁਲ ਉਹੀ ਰਹੇਗਾ। 1s 2s 2p ਸੇਮ ਰਹੇਗਾ ਉੱਦਾਂ ਹੀ, ਪਰ ਇਹਦੇ 'ਚ ਫਰਕ ਕੀ ਹੋਣਾ? ਬੌਂਡਿੰਗ ਤੇ ਐਂਟੀ ਬੌਂਡਿੰਗ 'ਚ ਫਰਕ ਆਉਂਦਾ ਰਹੇਗਾ। ਠੀਕ ਹੈ, ਤਾਂ ਸਿਗਮਾ 1s ਫਿਰ ਸਿਗਮਾ ਸਟਾਰ 1s ਫਿਰ ਸਿਗਮਾ 2s ਫਿਰ ਸਿਗਮਾ ਸਟਾਰ 2s। ਫਿਰ ਹੁਣ ਆ ਗਿਆ 2π 2px। ਹੁਣ p ਦੇ ਤਾਂ ਬੇਟੇ 3 ਆਰਬਿਟਲ ਹੈ, ਆਪਾਂ ਤਾਂ ਤਿੰਨਾਂ ਨੂੰ ਡੀਜਨਰੇਟ ਆਰਬਿਟਲਸ ਕਹਿੰਦੇ ਸੀ ਕਿ ਤਿੰਨਾਂ ਦਾ એનર્ਜੀ ਲੈਵਲ ਸੇਮ ਹੁੰਦਾ ਹੈ, px py ਤੇ pz ਦਾ ਆਪਾਂ ਤਾਂ ਇਹੀ ਪੜਿਆ ਹੋਇਆ ਸੀ ਨਾ। ਠੀਕ ਹੈ, ਪਰ ਮੋਲੀਕੂਲਰ ਆਰਬਿਟਲ ਥਿਊਰੀ ਦੇ ਅਕੋਰਡਿੰਗ ਤਿੰਨਾਂ ਦਾ એનર્ਜੀ ਲੈਵਲ ਹੈ ਜਿਹੜਾ ਉਹ ਸੇਮ ਨਹੀਂ ਹੁੰਦਾ। ਇਹਦੇ ਜਿਹੜੇ ਮੋਲੀਕੂਲਰ ਆਰਬਿਟਲ ਬਣਨਗੇ ਨਾ, ਇਹਨਾਂ ਦਾ ਤਿੰਨਾਂ ਦਾ એનર્ਜੀ ਲੈਵਲ ਸੇਮ ਨਹੀਂ। ਪਾਈ 2px ਤੇ ਪਾਈ 2py ਦਾ એનર્ਜੀ ਲੈਵਲ ਕੀ ਹੈ? ਸੇਮ ਹੈ, ਆਪਾਂ ਇਕੁਅਲ ਟੂ ਪਾਇਆ ਹੋਇਆ। ਨਹੀਂ ਤਾਂ ਆਪਾਂ ਇਨਕਰੀਜ਼ਿੰਗ ਆਰਡਰ 'ਚ ਲਿਖ ਰਹੇ ਹਾਂ ਨਾ, ਤੇ ਜੇ ਆਪਾਂ ਜਿੱਥੇ ਆ ਨਿਸ਼ਾਨ ਵੀ ਨਾ ਪਾਈਏ, ਜੇ ਆਪਾਂ ਕਹਿ ਦਈਏ ਕਿ ਇਨਕਰੀਜ਼ਿੰਗ ਆਰਡਰ ਹੈ ਤਾਂ ਦਾ ਮੀਨਿੰਗ ਹੋ ਜਾਏਗਾ ਕਿ 2px ਨਾਲੋਂ 2py ਦੀ એનર્ਜੀ ਵੱਧ ਹੈ, ਪਰ ਆਪਾਂ ਇੱਥੇ ਇਕੁਅਲ ਟੂ ਪਾਇਆ ਕਿ ਇਹਨਾਂ ਦੀ એનર્ਜੀ ਕੀ ਹੈ? ਸੇਮ ਹੈ। ਠੀਕ ਹੈ, ਪਰ 2pz ਦੀ ਜਿਹੜੀ એનર્ਜੀ ਹੈ ਉਹ ਇਹਨਾਂ ਦੇ ਕੰਪੈਰੀਟਿਵਲੀ ਵੱਧ ਹੈ, ਸਿਰਫ ਨਾਈਟ੍ਰੋਜਨ ਤੱਕ। ਕਲੀਅਰ ਹੋ ਗਈ ਕਿ 2 ਦਾ 2px ਪਾਈ 2px ਤੇ ਪਾਈ 2py ਦੀ એનર્ਜੀ ਹੈ ਜਿਹੜੀ ਉਹ ਸਿਗਮਾ ਸਟਾਰ 2s ਨਾਲੋਂ ਜ਼ਿਆਦਾ ਹੈ, ਪਰ ਸਿਗਮਾ 2pz ਨਾਲੋਂ ਘੱਟ ਹੈ। ਠੀਕ ਹੈ, ਉਸ ਤੋਂ ਬਾਅਦ ਫਿਰ ਪਾਈ ਸਟਾਰ 2px ਇਕੁਅਲ ਟੂ ਪਾਈ ਸਟਾਰ 2py, ਤੇ ਲਾਸਟ ਤੇ ਸਭ ਤੋਂ ਵੱਧ એનર્ਜੀ ਹੈ ਜਿਹੜੀ ਉਹ ਸਿਗਮਾ ਸਟਾਰ 2pz ਦੀ ਹੈ। ਕਲੀਅਰ ਹੋ ਗਿਆ? ਇਹ ਆ ਗਿਆ ਤੁਹਾਡੇ ਕੋਲ ਸੀਕੁਐਂਸ ਨਾਈਟ੍ਰੋਜਨ ਤੱਕ। ਹੁਣ ਦੂਸਰਾ ਆਪਾਂ ਇਨਕਰੀਜ਼ਿੰਗ ਆਰਡਰ ਲੈ ਲਿਆ ਬੇਟੇ ਵੇਰੀਅਸ ਆਰਬਿਟਲਸ ਦਾ। ਜੇ ਆਪਾਂ ਆਕਸੀਜਨ ਤੇ ਫਲੋਰੀਨ ਵਾਸਤੇ ਲੈ ਲਈਏ, ਇਹਦੇ ਵਿੱਚ ਸਿਰਫ ਫਰਕ ਕੀ ਹੋਣਾ? ਸੇਮ ਸੀਕੁਐਂਸ ਹੈ, ਫਰਕ ਕੀ ਆ ਜਾਣਾ ਹੈ? ਜਿੱਥੇ ਆਪਾਂ ਲਿਖਿਆ ਪਾਈ 2px ਇਕੁਅਲ ਟੂ ਪਾਈ 2py, ਇਹਦੇ ਨਾਲੋਂ ਪਹਿਲਾਂ એનર્ਜੀ ਹੈ ਜਿਹੜੀ ਸਿਗਮਾ 2pz ਦੀ ਘੱਟ ਹੁੰਦੀ ਹੈ, ਤਾਂ ਸਿਗਮਾ ਸਟਾਰ 2s ਫਿਰ ਆ ਜਾਏਗਾ ਸਿਗਮਾ 2pz, ਫਿਰ ਆਏਗਾ ਪਾਈ 2px ਇਕੁਅਲ ਟੂ ਪਾਈ 2py। ਮਤਲਬ ਇਹਨਾਂ ਨੂੰ ਐਕਸਚੇਂਜ ਕਰਨਾ ਹੈ ਬਸ ਆਪਸ ਦੇ ਵਿੱਚ, ਇਹ ਪਹਿਲਾਂ ਆ ਜਾਏਗਾ, ਇਹ ਬਾਅਦ ਚ ਆਏਗਾ, ਬਾਕੀ ਸਾਰਾ ਕੁਝ ਕੀ ਹੈ? ਸੇਮ ਸੀਕੁਐਂਸ ਹੈ। ਹੁਣ ਇੱਥੇ ਤੁਹਾਨੂੰ ਰੱਟਾ ਨਹੀਂ ਵੱਜੇਗਾ, ਇੱਥੇ ਸਮਝ ਨਹੀਂ ਆਏਗੀ। ਹੁਣ ਆਪਾਂ ਇਹਨਾਂ ਦੀ ਜਿਹੜੀ ਹੈਗੀ ਹੈ ਨਾ ਡਾਇਗਰਾਮ ਦੀ ਫਾਰਮ ਦੇ ਵਿੱਚ ਆਪਾਂ ਬਣਾ ਕੇ ਦੇਖਦੇ ਹਾਂ, ਫਿਰ ਤੁਹਾਨੂੰ ਕਲੀਅਰ ਹੋ ਜਾਏਗਾ। ਠੀਕ ਹੈ, ਆਪਾਂ ਸ਼ੁਰੂ ਕਿੱਥੋਂ ਕਰਦੇ ਹਾਂ ਬੇਟੇ? ਸਿਗਮਾ ਆਪਾਂ 1s ਤੋਂ ਸ਼ੁਰੂ ਕਰਦੇ ਹਾਂ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬੇਟੇ ਐਟੋਮਿਕ ਆਰਬਿਟਲ। ਠੀਕ ਹੈ, ਇਹ ਕੀ ਹੈ? ਐਟੋਮਿਕ ਆਰਬਿਟਲ। ਇੱਕ
ਇਹ ਵੀ ਕੀ ਹੈ ਐਟੋਮਿਕ ਆਰਬਿਟਲ। ਇਹ ਐਟੋਮਿਕ ਆਰਬਿਟਲਸ ਹੈ ਦੋਨੋਂ ਪਾਸਿਆਂ ਤੇ। ਜਿਹੜਾ ਸੈਂਟਰ 'ਚ ਬਣ ਰਿਹਾ ਬੇਟੇ ਉਹ ਕੀ ਹੈ ਮੋਲੀਕੂਲਰ ਆਰਬਿਟਲ। ਦੋ ਐਟੋਮਿਕ ਆਰਬਿਟਲਸ ਨੇ ਮਿਲ ਕੇ ਦੋ ਮੋਲੀਕੂਲਰ ਆਰਬਿਟਲ ਬਣਾਤੇ। ਇੱਕ ਦਾ એનર્ਜੀ ਲੈਵਲ ਘਟ ਗਿਆ ਉਹਨੂੰ ਅਸੀਂ ਬੌਂਡਿੰਗ ਮੋਲੀਕੂਲਰ ਆਰਬਿਟਲ ਕਹਿੰਦੇ ਆ, ਇੱਕ ਦਾ એનર્ਜੀ ਲੈਵਲ ਵੱਧ ਗਿਆ ਉਹਨੂੰ ਅਸੀਂ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲ ਕਹਿੰਦੇ ਆ। ਠੀਕ ਹੈ, ਇਹ 1s ਆਰਬਿਟਲ ਹੈ, ਇਹ ਵੀ 1s ਆਰਬਿਟਲ ਹੈ। ਇਹਨੇ ਦੋ ਆਰਬਿਟਲ ਬਣਾਤੇ ਕਿਹੜੇ ਕਿਹੜੇ ਸਿਗਮਾ 1s ਤੇ ਸਿਗਮਾ ਸਟਾਰ 1s। ਇਹਦਾ એનર્ਜੀ ਲੈਵਲ ਇਹਦੇ ਐਟੋਮਿਕ ਆਰਬਿਟਲ ਨਾਲੋਂ ਘਟ ਗਿਆ, ਇਹਦਾ ਮਤਲਬ ਇਹ ਸਟੇਬਲ ਹੈ। ਇਹਦੇ ਨਾਲੋਂ ਜਿੰਨਾ એનર્ਜੀ ਲੈਵਲ ਘਟੇਗਾ ਉਨੀ ਸਟੇਬਿਲਿਟੀ ਵਧੇਗੀ, ਤਾਂ ਇਹਦਾ ਮਤਲਬ ਇਹ ਸਟੇਬਲ ਹੈ। ਇਹ ਕੀ ਹੈ ਇਹਦੇ ਕੰਪੈਰੀਟਿਵਲੀ ਅਨਸਟੇਬਲ ਹੈ। ਕਲੀਅਰ। ਹੁਣ ਆਪਾਂ ਦੂਸਰਾ ਬਣਾਈਏ। ਇਸ ਤੋਂ ਵੱਧ એનર્ਜੀ ਕਿਹਦੀ ਹੈ ਬੇਟੇ 2s ਦੀ। 1s ਤੋਂ ਬਾਅਦ ਕੀ ਆ ਗਿਆ 2s। ਜੇ ਆਪਾਂ ਇਹ ਪਹਿਲਾਂ ਤਾਂ ਐਟੋਮਿਕ ਦਾ ਤਾਂ ਪਤਾ ਹੈ ਨਾ ਆਪਾਂ ਨੂੰ, ਇਹ ਕੀ ਹੈ 1s, ਫਿਰ ਆ ਗਿਆ 2s, ਫਿਰ ਆ ਗਿਆ 2p। 2p ਕਿੰਨੇ ਆਰਬਿਟਲ ਹੈ ਤਿੰਨਾਂ ਦਾ એનર્ਜੀ ਲੈਵਲ ਸੇਮ ਹੈ। ਇਹ ਤਾਂ ਆਪਾਂ ਐਟੋਮਿਕ ਆਰਬਿਟਲ ਲਿਖੇ ਹੈ। ਇਸੇ ਤਰ੍ਹਾਂ ਅਸੀਂ ਇਸ ਪਾਸੇ ਐਟੋਮਿਕ ਆਰਬਿਟਲ ਲਿਖ ਲਏ ਬੇਟੇ 1s 2s ਐਂਡ 2p। ਇਹਨਾਂ ਨੇ ਮਿਲ ਕੇ ਆਰਬਿਟਲ ਬਣਾਉਣੇ ਆ ਮੋਲੀਕੂਲਰ। ਹੁਣ ਆਪਾਂ ਦੂਜਾ ਦੇਖ ਲਿਆ, 1s ਦਾ ਆਪਾਂ ਪੜ੍ਹ ਚੁੱਕੇ, ਹੁਣ ਆਪਾਂ 2s ਦੇਖਦੇ ਹਾਂ। 2s ਨੇ ਮਿਲ ਕੇ ਦੂਜੀ ਐਟਮ ਦੇ ਨਾਲ ਬਣਾ ਲਏ ਮੋਲੀਕੂਲਰ ਆਰਬਿਟਲ। ਇਹ ਦੋ ਆਰਬਿਟਲ ਹੈ, ਇਹ ਵੀ ਦੋ ਹੀ ਬਣਨਗੇ। ਤਾਂ ਇਹ ਕਿਹੜੇ ਹੈ, ਇੱਕ ਬੌਂਡਿੰਗ ਬਣ ਜਾਏਗਾ, ਇੱਕ ਐਂਟੀ ਬੌਂਡਿੰਗ ਬਣ ਜਾਏਗਾ। ਇਹਨੂੰ ਅਸੀਂ ਸਿਗਮਾ 2s ਲਿਖ ਦਾਂਗੇ, ਇਹਨੂੰ ਅਸੀਂ ਸਿਗਮਾ ਸਟਾਰ 2s ਲਿਖ ਦਾਂਗੇ। ਇਹਦੀ એનર્ਜੀ ਐਟੋਮਿਕ ਆਰਬਿਟਲ ਨਾਲੋਂ ਘਟ ਗਈ, ਇਹਦੀ એનર્ਜੀ ਐਟੋਮਿਕ ਆਰਬਿਟਲ ਨਾਲੋਂ ਵੱਧ ਗਈ। ਠੀਕ ਹੈ, ਹੁਣ ਆਪਾਂ ਲੈਣੇ ਆ ਬੇਟੇ 2p ਆਰਬਿਟਲ। ਹੁਣ 2p ਆਰਬਿਟਲ ਦੀ એનર્ਜੀ, ਇਹ ਐਟੋਮਿਕ ਆਰਬਿਟਲ ਹੈ, ਇਹ ਵੀ ਐਟੋਮਿਕ ਆਰਬਿਟਲ ਹੈ 2px 2py ਐਂਡ 2pz, ਜਿਹਨੂੰ ਮਰਜ਼ੀ ਮੰਨ ਲਓ। ਇਹ ਵੀ 2px 2py ਐਂਡ 2pz। ਠੀਕ ਹੈ, ਹੁਣ ਇਹ ਆਰਬਿਟਲ ਕਿੰਨੇ ਬੇਟੇ 6 ਆਰਬਿਟਲਸ। ਤਾਂ ਮੋਲੀਕੂਲਰ ਆਰਬਿਟਲ ਵੀ ਕਿੰਨੇ ਬਣਨਗੇ 6 ਬਣਨਗੇ। ਉਹਨਾਂ ਦੇ ਵਿੱਚੋਂ 3 ਕੀ ਹੋਣਗੇ ਬੇਟੇ ਬੌਂਡਿੰਗ ਤੇ 3 ਕੀ ਹੋਣਗੇ ਐਂਟੀ ਬੌਂਡਿੰਗ। ਜਿੰਨੇ ਵੀ ਐਟੋਮਿਕ ਆਰਬਿਟਲਸ ਕੰਬਾਈਨ ਹੁੰਦੇ ਆ ਬੇਟੇ ਉਨੇ ਹੀ ਮੋਲੀਕੂਲਰ ਆਰਬਿਟਲ ਬਣਨਗੇ, ਜਿਨ੍ਹਾਂ ਦੇ ਵਿੱਚੋਂ ਹਾਫ ਬੌਂਡਿੰਗ ਹੋਣਗੇ ਤੇ ਹਾਫ ਐਂਟੀ ਬੌਂਡਿੰਗ ਹੋਣਗੇ। ਕਲੀਅਰ। ਹੁਣ ਆਪਾਂ ਕੀ ਕਿਹਾ ਸੀ ਕਿ ਨਾਈਟ੍ਰੋਜਨ ਤੱਕ, ਹਾਈਡਰੋਜਨ ਤੋਂ ਲੈ ਕੇ ਨਾਈਟ੍ਰੋਜਨ ਤੱਕ ਜਿਹੜਾ ਸੀਕੁਐਂਸ ਲਿਆ ਸੀ, ਆਪਾਂ ਕਿਹਾ ਸੀ ਕਿ ਇਹਦੇ ਵਿੱਚੋਂ ਦੋ ਆਰਬਿਟਲਸ ਦਾ એનર્ਜੀ ਲੈਵਲ ਸੇਮ ਹੁੰਦਾ ਹੈ, ਪਰ ਇੱਕ ਆਰਬਿਟਲ ਦਾ એનર્ਜੀ ਲੈਵਲ ਡਿਫਰੈਂਟ ਹੁੰਦਾ ਹੈ। ਤਾਂ ਹੁਣ ਆਪਣੇ ਕੋਲੇ ਪਹਿਲਾਂ ਕੀ ਸੀ ਪਾਈ 2px ਤੇ ਪਾਈ 2py, ਇਹ ਇੱਕ ਲੈਵਲ ਤੇ ਆ ਗਏ। ਠੀਕ ਹੈ, ਇਹਨਾਂ ਦਾ એનર્ਜੀ ਲੈਵਲ ਘੱਟ ਹੈ ਸਭ ਤੋਂ p ਚੋਂ। ਫਿਰ ਕੀ ਆ ਗਿਆ ਸਿਗਮਾ 2pz। ਇਹ ਤਿੰਨੋਂ ਹੀ ਕੀ ਹੈ ਬੌਂਡਿੰਗ ਮੋਲੀਕੂਲਰ ਆਰਬਿਟਲਸ, ਜਿਨ੍ਹਾਂ ਦਾ એનર્ਜੀ ਲੈਵਲ ਇਨ ਐਟੋਮਿਕ ਆਰਬਿਟਲਸ ਦੇ ਨਾਲੋਂ ਘੱਟ ਹੈ। ਠੀਕ ਹੈ, ਸਟੇਬਿਲਿਟੀ ਜ਼ਿਆਦਾ ਹੈ ਇਹਨਾਂ ਦੀ। ਤਾਂ ਪਾਈ 2px ਪਾਈ 2py ਇਹਨਾਂ ਦਾ ਲੈਵਲ ਕੀ ਹੈ ਬੇਟੇ ਸੇਮ ਹੈ, ਪਰ ਸਿਗਮਾ 2pz ਦਾ ਲੈਵਲ ਇਹਦੇ ਨਾਲੋਂ ਵੱਧ ਹੈ। ਹੁਣ ਆਪਾਂ ਲੈ ਲਏ ਐਂਟੀ ਬੌਂਡਿੰਗ। ਤਾਂ ਫਿਰ ਉਸ ਤੋਂ ਬਾਅਦ ਕੀ ਆ ਗਿਆ ਪਾਈ ਸਟਾਰ 2px ਤੇ ਪਾਈ ਸਟਾਰ 2py। ਇਹ ਦੋ ਆਰਬਿਟਲਸ ਦਾ એનર્ਜੀ ਲੈਵਲ ਸੇਮ ਇਹਦੇ ਜੋ ਇਹਨਾਂ ਦਾ ਹੈ ਬੌਂਡਿੰਗ ਦਾ ਉਹੀ ਐਂਟੀ ਬੌਂਡਿੰਗ ਦਾ। ਤਾਂ ਸਭ ਤੋਂ ਲਾਸਟ એનર્ਜੀ ਲੈਵਲ ਕਿਹਦਾ ਹੈ, ਸਭ ਤੋਂ ਵੱਧ એનર્ਜੀ ਕਿਹਦੀ ਹੈ ਸਿਗਮਾ ਸਟਾਰ 2pz ਦੀ। ਸਿਗਮਾ ਸਟਾਰ 2pz ਦੀ એનર્ਜੀ ਸਭ ਤੋਂ ਕੀ ਹੋਏਗੀ ਜ਼ਿਆਦਾ ਹੋਏਗੀ। ਠੀਕ ਹੈ, ਇਹ ਕਿਹਦੇ ਵਾਸਤੇ ਹੈ ਬੇਟੇ, ਇਹ ਜਿਹੜੀ ਮੋਲੀਕੂਲਰ એનર્ਜੀ ਲੈਵਲ ਡਾਇਗਰਾਮ ਲਈ ਹੈ ਆਪਾਂ, ਇਹ ਪਹਿਲੇ 2 ਪੀਰੀਅਡਸ ਵਾਸਤੇ ਹੈ, ਪਹਿਲੇ 2 ਪੀਰੀਅਡਸ ਵਾਸਤੇ ਐਕਸੈਪਟ ਆਕਸੀਜਨ ਫਲੋਰੀਨ ਐਂਡ ਨਿਓਨ। ਇਹ 3 ਮੋਲੀਕਿਊਲਸ ਨੂੰ ਛੱਡ ਕੇ ਪਹਿਲੇ 2 ਪੀਰੀਅਡ ਸਾਰੇ ਮੋਲੀਕਿਊਲਸ ਦਾ ਵਾਸਤੇ ਬਸ ਅਸੀਂ ਇਹੀ ਸੀਕੁਐਂਸ ਯਾਦ ਰੱਖਣਾ ਹੈ। ਇਹ ਬਹੁਤ ਈਜ਼ੀ ਹੈ ਬੇਟੇ, ਸੌਖਾ ਰਹੇਗਾ। 1s ਮਿਲ ਕੇ ਸਿਗਮਾ ਤੇ ਸਿਗਮਾ ਸਟਾਰ 1s ਆ ਗਿਆ। 2s ਨੇ ਕੰਬਾਈਨ ਹੋ ਕੇ ਸਿਗਮਾ 2s ਤੇ ਸਿਗਮਾ ਸਟਾਰ 2s ਬਣਾਤਾ। 2px 2p ਤੇ 2p ਨੇ ਮਿਲ ਕੇ ਪਾਈ 2px ਪਾਈ 2py, फिर सिग्मा 2pz, फिर पाई स्टार 2px पाई स्टार 2py एंड सिग्मा स्टार 2pz बनेगा। ठीक है, ਹੁਣ ਇਹਦੇ ਵਿੱਚ ਜੇ ਆਪਾਂ ਆਕਸੀਜਨ ਤੇ ਫਲੋਰੀਨ ਤੇ ਨਿਓਨ ਵਾਸਤੇ ਇਹੀ ਡਾਇਗਰਾਮ ਬਣਾਉਣੀ ਹੈ ਨਾ ਬੇਟੇ,
ਉਹ ਸੇਮ ਹੋਏਗੀ, ਬਿਲਕੁਲ ਬਿਲਕੁਲ ਸੇਮ ਉਹੀ ਚੀਜ਼ ਬਿਲਕੁਲ ਬਣਾਵਾਂਗੇ ਆਪਾਂ। ਸਿਰਫ ਫਰਕ ਕਿੱਥੇ ਕਰਨਾ ਹੈ ਬੇਟੇ, ਉਹ ਫਰਕ ਆਏਗਾ ਸਿਰਫ ਇੱਥੇ ਜਿਹੜਾ ਬੌਂਡਿੰਗ ਬਣਾਉਣਾ ਹੈ ਪੀ ਨੇ, ਉੱਥੇ ਆਪਾਂ ਪਾਈ 2px ਤੇ ਪਾਈ 2py ਨੂੰ ਨੀਚੇ ਲਿਖਿਆ ਸੀ, ਸਿਗਮਾ 2pz ਨੂੰ ਅਸੀਂ ਉੱਪਰ ਲਿਖਿਆ ਸੀ। ਇੱਥੇ ਸਿਰਫ ਇਹੀ ਡਿਫਰੈਂਸ ਆਏਗਾ, ਨੀਚੇ ਸਿਗਮਾ 2pz ਆਏਗਾ, ਉੱਪਰ ਪਾਈ 2px ਤੇ ਪਾਈ 2py ਆਏਗਾ। ਬਾਕੀ ਸਾਰਾ ਕੁਝ ਕੀ ਹੈ, ਬਿਲਕੁਲ ਸੇਮ ਡਿਟੋ, ਕੋਈ ਚੀਜ਼ ਫਰਕ ਨਹੀਂ। ਤਾਂ ਇੱਧਰ ਨੂੰ ਆਪਾਂ ਕੀ ਕਰ ਰਹੇ ਹਾਂ, એનર્ਜੀ ਨੂੰ ਇਨਕਰੀਜ਼ ਕਰ ਰਹੇ ਹਾਂ ਜਿਵੇਂ ਜਿਵੇਂ એનર્ਜੀ ਵੱਧਦੀ ਜਾਂਦੀ ਹੈ। ਇਹ ਸੀਕੁਐਂਸ ਹੈ, ਬਸ ਇਸ ਚੀਜ਼ ਨੂੰ ਤੁਹਾਨੂੰ ਇਹ ਜੇ ਦਿਮਾਗ 'ਚ ਇਹ ਬਣਾਉਣੀ ਆ ਗਈ ਤਾਂ ਸਾਰੇ ਦੇ ਸਾਰੇ ਮੋਲੀਕਿਊਲਸ ਨੂੰ ਬਹੁਤ ਆਸਾਨੀ ਨਾਲ ਅਸੀਂ ਬਣਾ ਸਕਦੇ ਹਾਂ, ਕਿਉਂਕਿ ਹੁਣ ਤਾਂ ਅਸੀਂ ਇਲੈਕਟ੍ਰੋਨ ਹੀ ਫਿਲ ਕਰਨੇ ਆ। ਇੱਥੋਂ ਸ਼ੁਰੂ ਕਰਾਂਗੇ ਅਸੀਂ। ਇਲੈਕਟ੍ਰੋਨ ਕਿੱਥੋਂ ਸ਼ੁਰੂ ਕਰੀਦੇ ਆ ਬੇਟੇ, ਭਰਨੇ ਲੋਅਰ ਲੈਵਲ ਤੋਂ। ਉੱਥੇ ਤਾਂ ਸਾਨੂੰ ਪਤਾ ਨਹੀਂ ਸੀ, ਅਸੀਂ ਕਨਫੀਗਰੇਸ਼ਨ ਲਿਖਣੀ ਔਖੀ ਲੱਗਦੀ ਸੀ। ਇਹ ਤਾਂ ਸਾਨੂੰ ਬਹੁਤ ਹੀ ਸੌਖੀ ਲੱਗੇਗੀ, ਕਿਉਂਕਿ ਅਸੀਂ ਜਿੱਥੇ ਜਿੱਥੇ ਇਲੈਕਟ੍ਰੋਨ ਫਿਲ ਕਰਦੇ ਜਾਵਾਂਗੇ ਉਹਨੂੰ ਲਿਖਦੇ ਜਾਣਾ ਕਿ ਉਹ ਕਨਫੀਗਰੇਸ਼ਨ ਬਣ ਜਾਏਗੀ। ਜਿੰਨੇ ਇਲੈਕਟ੍ਰੋਨ ਫਿਲ ਕਰਦੇ ਜਾਵਾਂਗੇ ਉਹਦੇ ਨਾਲ ਬਸ ਪਾ ਦੇਣਾ। ਜਿਵੇਂ ਆਪਾਂ ਲਿਖ ਦੇਣਾ ਇੱਥੇ ਸਿਗਮਾ 1s, ਜੇ ਇੱਥੇ ਇੱਕ ਇਲੈਕਟ੍ਰੋਨ ਹੈ ਤਾਂ ਸਿਗਮਾ 1s2 ਬਣ ਜਾਏਗਾ, ਬਸ 2 ਇਲੈਕਟ੍ਰੋਨ ਬਣੇ। ਮਤਲਬ ਜਿੰਨੇ ਵੀ ਇਲੈਕਟ੍ਰੋਨ ਤੁਸੀਂ ਫਿਲ ਕਰਨੇ ਆ ਬਸ ਨਾਲ ਉਹੀ ਪਾਉਣਾ ਹੈ। ਤਾਂ ਕਨਫੀਗਰੇਸ਼ਨ ਤਾਂ ਤੁਹਾਨੂੰ ਸਮਝ ਲਓ ਆ ਹੀ ਗਈ, ਬਹੁਤ ਈਜ਼ੀ ਹੋਏਗਾ ਹੁਣ ਤਾਂ। ਬਸ ਸਿਰਫ ਇਹਨੂੰ ਸਮਝਣਾ ਹੈ ਬੇਟੇ ਕਿ ਇਹਨੂੰ ਅਸੀਂ ਕਿਵੇਂ ਬਣਾਉਣਾ ਹੈ। ਇਸ ਤੋਂ ਵੱਧ ਤੁਹਾਨੂੰ ਹੈ ਹੀ ਨਹੀਂ ਤੁਹਾਡੇ ਸਿਲੇਬਸ 'ਚ ਹੀ ਨਹੀਂ। ਬਸ ਦੋਨੋਂ ਪੀਰੀਅਡ ਦੇ ਜਿਹੜੇ ਹੈਗੇ ਐਲੀਮੈਂਟਸ ਉਹਨਾਂ ਦੇ ਮੋਲੀਕਿਊਲ ਬਣਾਉਣੇ ਹੈ, ਤਾਂ ਉਹਦੇ ਵਾਸਤੇ ਸਿਰਫ ਆਪਾਂ ਨੂੰ ਇੰਨਾ ਹੀ ਕੰਮ ਚਾਹੀਦਾ ਹੈ। ਤਾਂ ਇਹਨੂੰ ਤੁਸੀਂ ਬਹੁਤ ਅੱਛੀ ਤਰ੍ਹਾਂ ਸਮਝ ਲੈਣਾ ਬੇਟੇ ਕਿ ਇਹ ਕਿਵੇਂ ਬਣਾਈਆਂ ਗਈ ਹੈ। 2 ਤਰ੍ਹਾਂ ਦੀਆਂ ਡਾਇਗਰਾਮਸ ਹੈ ਜਿਹਦੇ ਵਿੱਚ ਫਰਕ ਸਿਰਫ ਇੱਥੇ ਹੀ ਹੋਣਾ, ਹੋਰ ਕੋਈ ਫਰਕ ਨਹੀਂ। ਇੱਕ ਡਾਇਗਰਾਮ ਆ ਗਈ ਤਾਂ ਦੂਜੀ ਵੀ ਆ ਗਈ, ਸਿਰਫ ਇਹਨੂੰ ਐਕਸਚੇਂਜ ਕਰ ਦਿਓ ਆਪਸ ਦੇ ਵਿੱਚ। ਹੁਣ ਇਹ ਕਿਉਂ ਇਹ ਹੁੰਦਾ ਹੈ, ਇਹਦਾ ਰੀਜ਼ਨ ਆਪਾਂ ਦੱਸਾਂਗੇ ਇਹ ਕਿਉਂ ਹੁੰਦਾ ਹੈ, ਠੀਕ ਹੈ। ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਣਾ ਹੁਣ ਮੋਲੀਕਿਊਲਸ ਦੀਆਂ એનર્ਜੀ ਲੈਵਲ ਡਾਇਗਰਾਮਸ ਪੜਾਂਗੇ ਤੇ ਉਹਦੇ ਤੋਂ ਸਾਨੂੰ ਕੀ ਹੋਰ ਸਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਮਿਲ ਸਕਦੀ ਹੈ।